ਦਰਬਾਰੇ ਖਾਲਸਾ ਦਾ ਦੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਕਿ ਕਿਸ ਤਰ੍ਹਾਂ ਦਿਲ ਦੇ ਰੋਗ ਬਣਦੇ ਨੇ ਤੇ ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਅਮਰ ਸਿੰਘ ਆਜ਼ਾਦ। ਡਾਕਟਰ ਅਮਰ ਸਿੰਘ ਆਜ਼ਾਦ ਕਿਸੇ ਜਾਣ ਮਾਹਿਰ ਨੇ, ਨਿਡਰਤਾ ਨਾਲ ਉਹਨਾਂ ਨੇ ਆਪਣੇ ਹੁਣ ਤੱਕ ਗੱਲਾਂ ਕੀਤੀਆਂ ਨੇ ਤੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਤੁਹਾਡੇ ਸਵਾਲ ਇਸ ਸੈਸ਼ਨ ਦੇ ਵਿੱਚ ਲਏ ਜਾਣਗੇ। ਕੋਸ਼ਿਸ਼ ਕਰਿਓ ਕਿ ਤੁਹਾਡੇ ਸਵਾਲ ਜਿਹੜੇ ਨੇ ਉਹ ਇਸ ਵਿਸ਼ੇ ਦੇ ਨਾਲ ਸੰਬੰਧਿਤ ਹੋਣ ਤੇ ਤਾਂ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਵੈਦ ਦਵਿੰਦਰ ਸਿੰਘ ਤਪਾ ਉਹ ਸੈਸ਼ਨ ਉਹ ਚਲਾਉਣਗੇ ਕਿ ਤੁਹਾਡੇ ਕਿਸ ਤਰ੍ਹਾਂ ਦੇ ਸਵਾਲ ਨੇ, ਉਹਨਾਂ ਨੂੰ ਡਾਕਟਰ ਸਾਹਿਬ ਤੱਕ ਸਵਾਲ ਉਹ ਰੱਖਣਗੇ ਤੇ ਤੁਹਾਡਾ ਸਵਾਲਾਂ ਦੇ ਤੁਹਾਨੂੰ ਸਾਰੇ ਜਵਾਬ ਮਿਲਣਗੇ। ਹੁਣ ਮੈਂ ਫਿਰ ਤੁਹਾਨੂੰ ਲੈ ਚੱਲਦਾ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਕੋਲੇ, ਜਿਹੜੇ ਸਾਨੂੰ ਇਸ ਬਾਰੇ ਜਾਣਕਾਰੀ ਦੇਣਗੇ, ਦੱਸਣਗੇ ਕਿ ਦਿਲ ਦੀਆਂ ਇਹਨਾਂ ਬਿਮਾਰੀਆਂ ਤੋਂ ਕਿਸ ਤਰੀਕੇ ਬਚਿਆ ਜਾ ਸਕਦਾ। ਡਾਕਟਰ ਸਾਹਿਬ ਪਲੀਜ਼ ਜੀ। ਤੋ ਆਪਾਂ ਇੱਥੇ ਆ ਗਏ ਸੀ ਕਿ ਕਾਰਨ ਜਿਹੜੇ ਨੇ ਇਹ ਜਿਹੜੇ ਹਾਰਟ ਅਟੈਕ ਦੇ ਕਾਰਨ ਨੇ, ਜਿਹਨੂੰ ਹਾਰਟ ਅਟੈਕ ਕਹਿੰਦੇ ਆਪਾਂ, ਜਾਂ ਉਸ ਤੋਂ ਪਹਿਲੀ ਸਥਿਤੀ ਹੁੰਦੀ ਜਿੱਥੇ ਦਰਦ ਹੋਣ ਲੱਗ ਜਾਂਦੀ ਹੈ, ਜਾਂ ਬੰਦੇ ਦਾ ਜਿਹੜਾ ਕੰਮ ਕਰਨ ਦਾ ਸਮਰੱਥਾ ਘਟ ਜਾਂਦੀ ਹੈ। ਬੰਦਾ ਕੰਮ ਕਰਦਾ ਜਾਂ ਤਾਂ ਫਿਰ ਉਹਨੂੰ ਥੋੜਾ ਜਿਹਾ ਕੰਮ ਕਰਕੇ ਸਾਹ ਚੜਨ ਲੱਗ ਜਾਂਦਾ, ਜਾਂ ਉਹ ਦਰਦ ਹੋਣ ਲੱਗ ਜਾਂਦੀ ਛਾਤੀ 'ਚ, ਉਹਨੂੰ ਅੰਜਾਈਨਾ ਕਹਿ ਦਿੰਦੇ ਆ ਡਾਕਟਰੀ ਭਾਸ਼ਾ 'ਚ। ਤੇ ਜਦੋਂ ਅਟੈਕ ਹੋ ਜਾਂਦਾ ਤਾਂ ਉਹਦੇ 'ਚ ਦਿਲ ਦਾ ਜਿਹੜਾ ਇੱਕ ਹਿੱਸਾ ਜਿਸ ਹਿੱਸੇ ਦਾ ਖੂਨ ਕੱਟਿਆ ਗਿਆ, ਨਲੀ ਕੱਟੀ ਗਈ, ਬਲੱਡ ਸਪਲਾਈ, ਉਹਦਾ ਉਹ ਮਸਲ ਦਾ ਹਿੱਸਾ ਮਰ ਜਾਂਦਾ ਤੇ ਉਹਨੂੰ ਆਪਾਂ ਹਾਰਟ ਅਟੈਕ ਕਹਿ ਦਿੰਦੇ ਹਾਂ। ਉਹ ਜਿਹੜਾ ਇੱਕੋ ਹੀ ਵਰਤਾਰੇ ਦੇ ਦੋ ਸਟੇਜਾਂ ਨੇ। ਉਹਦੇ 'ਚ ਆਪਾਂ ਜਿਹੜਾ ਦੇਖਿਆ ਕਿ ਜਿਹੜਾ ਇੱਕ ਆਪਾਂ ਦੇਖ ਲਿਆ ਕਿ ਕੋਲੈਸਟਰੋਲ ਵਾਲਾ ਮੁੱਦਾ ਜਿਹੜਾ ਉਹ ਸਾਰਾ ਝੂਠ ਨਿਕਲਿਆ ਤੇ ਉਹ ਕੋਈ ਮੁੱਦਾ ਨਹੀਂ ਹੈ। ਸੋ ਇਸ ਕਰਕੇ ਆਪਾਂ ਜਿਹੜੀ ਸੀਮਿਤ ਮਾਤਰਾ 'ਚ ਜਿਹੜਾ ਘੀ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ, ਕੋਈ ਉਹਦੀ ਦਿੱਕਤ ਨਹੀਂ ਹੈ। ਦੂਸਰੀ ਗੱਲ ਆ ਗਈ ਤੁਹਾਡੀ ਕਿ ਜਿਹੜਾ ਸਟੰਟ ਪਾਉਂਦੇ ਆ ਤੇ ਤਿੰਨ ਕਿਸਮ ਦੇ ਇਲਾਜ ਨੇ। ਇੱਕ ਤਾਂ ਦਵਾਈਆਂ ਦਿੰਦੇ ਆ ਦਿਲ ਦੀਆਂ ਨਾੜਾਂ ਨੂੰ ਖੋਲਣ ਦੀਆਂ, ਜਾਂ ਕੋਲੈਸਟਰੋਲ ਘਟਾਉਣ ਦੀਆਂ, ਜਾਂ ਖੂਨ ਨੂੰ ਪਤਲਾ ਕਰਨ ਦੀਆਂ। ਚਾਰ ਪੰਜ ਤਰ੍ਹਾਂ ਦੀਆਂ ਦਵਾਈਆਂ ਨੇ। ਇੱਕ ਤਾਂ ਹੈਗੀ ਕੋਲੈਸਟਰੋਲ ਨੂੰ ਘਟਾਉਣ ਦੀ, ਉਹ ਕਰੋੜਾਂ ਲੋਕ ਖਾ ਰਹੇ, ਹਾਲਾਂਕਿ ਸਿੱਧ ਹੋ ਗਿਆ ਕਿ ਕੋਲੈਸਟਰੋਲ ਵਾਲਾ ਬਾਵਜੂਦ ਅੱਜ ਵੀ ਡਾਕਟਰ ਜਿਹੜੇ ਨੇ ਉਹ ਬਾਗੀ ਹੋਏ ਨੇ ਇਸ ਗੱਲ ਤੋਂ, ਰਿਸਰਚ ਨੂੰ ਨਹੀਂ ਮੰਨਦੇ ਅਜੇ ਵੀ। ਉਹ ਇੱਕ ਖੋਜ ਕੋਲੈਸਟਰੋਲ ਵਾਲਾ ਮੁੱਦਾ ਕੋਈ ਇੱਕ ਸਟੱਡੀ ਨੇ ਨਹੀਂ ਕਿਹਾ, ਸੈਂਕੜੇ ਸਟੱਡੀਜ਼ ਕਹਿ ਰਹੀਆਂ ਨੇ ਕਿ ਕੋਲੈਸਟਰੋਲ ਕੋਈ ਮੁੱਦਾ ਨਹੀਂ ਹੈ। ਔਰ ਉਹਦੇ ਬਾਵਜੂਦ ਬੜੀਆਂ ਖਤਰਨਾਕ ਦਵਾਈਆਂ ਨੇ ਉਹ ਸਟੈਟਿਨਸ, ਉਹਦੇ ਬਾਵਜੂਦ ਉਹ ਖਵਾਈਆਂ ਜਾ ਰਹੀਆਂ ਨੇ, ਉਹਦੇ ਨੁਕਸਾਨ ਹੋ ਰਹੇ ਹੈ। ਉਹ ਡਾਕਟਰ ਹੈਗੜੇ, BM ਹੈਗੜੇ ਪਿਛਲੇ ਕਈ ਸਾਲਾਂ ਤੋਂ ਕਹਿ ਰਿਹਾ ਕਿ 10% ਜਿਹੜੇ ਉਹਦੇ ਚੋਂ ਮਰੀਜ਼ ਨੇ ਸਟੈਟਿਨ ਖਾਣ ਵਾਲੇ, ਐਂਟੀ ਕੋਲੈਸਟਰੋਲ ਡਰੱਗ ਖਾਣ ਵਾਲੇ, ਹਰ ਸਾਲ ਡਾਇਬਟਿਕ ਹੋ ਜਾਂਦੇ ਆ। ਉਹ ਕੋਲੈਸਟਰੋਲ ਦੀਆਂ ਦਵਾਈਆਂ ਖਾਣ ਕਰਕੇ ਸ਼ੂਗਰ ਦੇ ਮਰੀਜ਼ ਹੋ ਜਾਂਦੇ ਆ। ਫਿਰ ਅਸੀਂ ਕਹੀ ਜਾਂਦੇ ਹਾਂ ਵੀ ਜਿਹੜਾ ਹਿੰਦੁਸਤਾਨ ਉਹ ਕੈਪੀਟਲ ਬਣ ਰਿਹਾ ਸ਼ੂਗਰ ਦੀ, ਤੇ ਬਣੇਗਾ ਕੈਪੀਟਲ ਜਦੋਂ ਕਰੋੜਾਂ ਲੋਕਾਂ ਨੂੰ ਅਸੀਂ ਦਵਾਈਆਂ ਖਵਾਈ ਜਾ ਰਹੇ ਹਾਂ ਤੇ ਉਹਦੇ ਚੋਂ ਹਰ ਸਾਲ 10% ਜਿਹੜੇ ਨੇ ਸ਼ੂਗਰ ਦੇ ਮਰੀਜ਼ ਬਣੀ ਜਾ ਰਹੇ ਆ, ਤੇ ਉਹ ਆਪੇ ਕੈਪੀਟਲ ਬਣ ਜਾਣਾ ਉਹਨਾਂ ਨੇ। ਇਸ ਕਰਕੇ ਜਿਹੜਾ ਕੋਲੈਸਟਰੋਲ ਵਾਲਾ ਮੁੱਦਾ ਹੈ, ਇੱਕ ਤਾਂ ਕੋਲੈਸਟਰੋਲ ਦਵਾਈ ਦਿੰਦੇ ਆ, ਇੱਕ ਐਸਪਰੀਨ ਦਿੰਦੇ ਆ, ਤੇ ਜਿਹੜੇ ਕਿ ਖੂਨ ਨੂੰ ਪਤਲਾ ਕਰਨ ਦੇ ਨਾਂ ਦਿੱਤੀਆਂ ਜਾਂਦੀਆਂ ਨੇ, ਖੂਨ ਨੂੰ ਪਤਲਾ ਕਰਦੀਆਂ ਨੇ ਉਹ। ਫਿਰ ਤੁਹਾਡੀਆਂ ਖੂਨ ਦੀਆਂ ਨਾੜਾਂ ਨੂੰ ਕੁਝ ਖੋਲਣ ਵਾਲੀਆਂ ਦਵਾਈਆਂ ਨੇ, ਉਹ ਵੀ ਦਿੰਦੇ ਆ। ਕੁਝ ਬਲੱਡ ਪ੍ਰੈਸ਼ਰ ਘਟਾਉਣ ਵਾਲੀਆਂ ਦਵਾਈਆਂ ਦਿੰਦੇ ਆ। ਇੱਦਾਂ ਕਈ ਸਾਰੀਆਂ ਦਵਾਈਆਂ ਜਿਹੜੀਆਂ ਨੇ, ਉਹ ਥੱਬਾ ਸਾਰੀਆਂ ਦਵਾਈਆਂ ਹੁੰਦੀਆਂ ਨੇ 5-7 ਤਰ੍ਹਾਂ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਦਿਲ ਦੇ ਮਰੀਜ਼ਾਂ ਨੂੰ ਖਾਣੀਆਂ ਪੈਂਦੀਆਂ ਨੇ। ਦੂਜਾ ਤਰੀਕਾ ਇਹਨਾਂ ਦਾ ਕਿ ਜਦੋਂ ਲੱਗਦਾ ਕਿ ਦਵਾਈਆਂ ਵੀ ਅਸਰ ਨਹੀਂ ਕਰ ਰਹੀਆਂ ਤਾਂ ਫਿਰ ਉਹ ਸਟੰਟ ਪਾਉਂਦੇ ਆ। ਸਟੰਟ ਦਾ ਮਤਲਬ ਕੀ ਹੁੰਦਾ? ਸਟੰਟ ਉਹ ਸਪਰਿੰਗ ਹੈ ਜਿਹੜਾ ਖੂਨ ਦੀ ਨਾੜੀ ਚ ਜਾ ਕੇ ਉੱਥੇ ਛੱਡ ਦਿੱਤਾ ਜਾਂਦਾ, ਤੇ ਉਹ ਜਿਹੜੀ ਖੂਨ ਦੀ ਨਾੜੀ ਉੱਥੋਂ ਜਿੱਥੋਂ ਬੰਦ ਹੋਈ ਹੁੰਦੀ ਹੈ ਉਹ ਖੁੱਲ ਜਾਂਦੀ ਹੈ। ਤੀਜਾ ਜਿਹੜਾ ਹੈ ਉਹ ਬਾਈਪਾਸ ਸਰਜਰੀ ਹੈ, ਯਾਨੀ ਕਿ ਦਿਲ ਛਾਤੀ ਖੋਲ ਕੇ ਪੂਰੀ ਉਹਦੇ ਚ ਜਿਹੜੀਆਂ ਆਪਣੀਆਂ ਦਿਲ ਦੀਆਂ ਨਾੜਾਂ ਨੇ ਬਲੌਕ ਹੋਈਆਂ ਹੋਈਆਂ ਨੇ, ਉਹਨਾਂ ਨੂੰ ਬਾਈਪਾਸ ਕਰਤਾ ਜਾਂਦਾ। ਉਹਦੇ ਤੇ ਉੱਪਰ ਪੱਟ ਚੋਂ ਲੈ ਕੇ ਨਾੜ ਜਿਹੜੀ ਹੈ ਉੱਥੇ ਪਾਤੀ ਜਾਂਦੀ ਹੈ, ਉਹਨੂੰ ਕਹਿੰਦੇ ਬਾਈਪਾਸ ਸਰਜਰੀ। ਤਾਂ ਇਹ ਜਿਹੜੇ ਨੇ ਮੋਟੇ 3 ਤਰ੍ਹਾਂ ਦੇ ਇਲਾਜ ਜਿਹੜੇ ਨੇ ਉਹ ਚੱਲਦੇ ਆ ਹਾਰਟ ਦੇ ਉੱਪਰ। ਤਿੰਨਾਂ ਤਰ੍ਹਾਂ ਦੇ ਇਲਾਜ ਜਿਹੜੇ ਨੇ ਉਹਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਖੋਜਾਂ ਸ਼ੋਅ ਕਰ ਰਹੀਆਂ ਨੇ ਕਿ ਤਿੰਨੇ ਬੜੀ ਕੱਚ ਕਰੜ ਜੀ ਸਾਇੰਸ ਤੇ ਆਧਾਰਿਤ ਨੇ। ਕੱਚ ਕਰੜ ਹੈ ਸਾਰੀਆਂ ਸਾਰੀਆਂ ਬਾਰੇ। ਕੋਲੈਸਟਰੋਲ ਵਾਲੇ ਆਪਣੀ ਗੱਲ ਹੋ ਗਈ, ਕੋਲੈਸਟਰੋਲ ਵਾਲੀਆਂ ਦਵਾਈਆਂ ਖਾਣ ਦਾ ਕੋਈ ਤੁਕ ਨਹੀਂ ਹੈ। ਐਸਪਰੀਨ ਬਾਰੇ ਖੁਦ FDA ਨੇ ਕਹਿਤਾ ਕਿ ਐਸਪਰੀਨ ਜਿਹੜਾ ਬੰਦਾ ਖਾਏਗਾ, ਜਿੰਨੇ ਬੰਦੇ ਖਾਂਦੇ ਆ, ਜਿੰਨਿਆਂ ਨੂੰ ਉਹ ਫਾਇਦਾ ਕਰਦਾ ਹੈ, ਉਸ ਤੋਂ ਵੱਧ ਨੂੰ ਨੁਕਸਾਨ ਕਰਦਾ। ਐਸਪਰੀਨ ਬਾਰੇ ਖੁਦ FDA ਨੇ ਕਹਿਤਾ ਕਿ ਐਸਪਰੀਨ ਆਪਣਾ ਸੋਚ ਸਮਝ ਕੇ ਖਾਓ। ਐਸਪਰੀਨ ਠੀਕ ਹੈ ਵੀ ਹਾਰਟ ਅਟੈਕ ਤੋਂ ਬਚਾਉਂਦੀ ਹੈ, ਲੇਕਿਨ ਹਾਰਟ ਅਟੈਕ ਤੋਂ ਬਚਾਉਂਦੀ ਉਹ ਖੂਨ ਬ੍ਰੇਨ 'ਚ ਜਾਂ ਕਿਸੇ ਥਾਂ ਤੇ ਖੂਨ ਵਗ ਜਾਂਦਾ ਉਹਦਾ, ਕਿਉਂਕਿ ਖੂਨ ਇੰਨਾ ਜ਼ਿਆਦਾ ਪਤਲਾ ਹੋ ਜਾਂਦਾ ਕਿ ਉਹ ਖੂਨ ਜਿਹੜਾ ਰੁਕਦਾ ਨਹੀਂ ਹੈ। ਤੇ ਬੰਦਾ ਜਿਹੜਾ ਆਮ ਤੌਰ ਤੇ ਕਈ ਵਾਰੀ ਬੰਦਾ ਸਡਨਲੀ ਮਰ ਜਾਂਦਾ ਨਾ, ਆਪਾਂ ਉਹਨੂੰ ਕਹਿੰਦੇ ਨੇ ਵੀ ਦੂਜਾ ਅਟੈਕ ਹੋ ਗਿਆ ਉਹਨੂੰ, ਹੁਣ ਦੂਜਾ ਹਾਰਟ ਅਟੈਕ ਹੋ ਗਿਆ, ਬੰਦਾ ਮਰ ਗਿਆ। ਅਕਸਰ ਕਿਹਾ ਜਾਂਦਾ ਹੈ ਬਹੁਤ ਸਾਰੇ ਮਰੀਜ਼ਾਂ 'ਚ ਕੀ ਹੁੰਦਾ ਕਿ ਉਹ ਅਸਲ ਦੂਜਾ ਹਾਰਟ ਅਟੈਕ ਨਹੀਂ ਹੋਇਆ ਹੁੰਦਾ, ਉਹ ਖੂਨ ਦੀ ਜਿਹੜੀ ਬ੍ਰੇਨ ਦੀ ਨਾੜ ਹੁੰਦੀ ਹੈ ਉਹ ਬਲੀਡ ਕਰ ਜਾਂਦੀ ਹੈ, ਉਹ ਫਟ ਜਾਂਦੀ ਹੈ, ਤੇ ਉਹਦੇ ਚੋਂ ਖੂਨ ਬੰਦ ਨਹੀਂ ਹੁੰਦਾ, ਤੇ ਉਹ ਜਿਹੜਾ ਉਸ ਕਰਕੇ ਬੰਦਾ ਮਰ ਜਾਂਦਾ।
ਤੋ ਐਸਪਰੀਨ ਬਾਰੇ ਵੀ ਕਹਿਤਾ ਲੋਕਾਂ ਨੇ। ਬੀਪੀ ਦੀ ਦਵਾਈਆਂ ਬਾਰੇ ਆ ਗਿਆ ਕਿ ਬੀਪੀ ਦੀ ਘਟਾਉਣਾ ਨਹੀਂ ਚਾਹੀਦਾ, ਦਵਾਈਆਂ ਨਾਲ ਜਿਹੜਾ ਘਟਾਏਗਾ ਬੰਦਾ ਉਹ ਆਪਣੇ ਕਾਸਟ ਤੇ ਘਟਾ ਰਿਹਾ, ਉਹਦੀ ਉਮਰ ਵੀ ਘਟੇਗੀ। ਤੇ ਤੋ ਇਸ ਕਰਕੇ ਇੱਕ ਤੋਂ ਬਾਅਦ ਇੱਕ ਜਿਹੜੀਆਂ ਦਵਾਈਆਂ ਵਰਤੀਆਂ ਜਾ ਰਹੀਆਂ ਉਹਦੇ ਬਾਰੇ ਇਦਾਂ ਦੀ ਖੋਜਾਂ ਆ ਰਹੀਆਂ ਨੇ ਕਿ ਇਹ ਦਵਾਈਆਂ ਜਿਹੜੀਆਂ ਨੇ ਕੋਈ ਬੜੀ ਸਾਊਂਡ ਸਾਇੰਸ ਤੇ ਬੜੀ ਕੋਈ ਜਿਹਨੂੰ ਕਹਿੰਦੇ ਆ ਫੁੱਲ ਪ੍ਰੂਫ ਸਾਇੰਸ ਦੇ ਉੱਪਰ ਆਧਾਰਿਤ ਨਹੀਂ ਹੈਗੀਆਂ। ਇਸੇ ਤਰ੍ਹਾਂ ਸਟੰਟਾਂ ਬਾਰੇ ਆ ਗਿਆ, ਇਸ ਤਰ੍ਹਾਂ ਬਾਈਪਾਸ ਸਰਜਰੀ ਬਾਰੇ ਆ ਗਿਆ। ਲਗਭਗ ਤਿੰਨਾਂ ਮੈਥਡਸ ਨੂੰ ਕੁਐਸਚਨ ਕਰਤਾ ਗਿਆ ਔਰ ਡਾਕਟਰ BM ਹੈਗੜੇ ਜਿਹਨੂੰ ਕਿ ਦੁਨੀਆ ਦਾ ਪਹਿਲਾ ਕਾਰਡੀਓਲੋਜਿਸਟ ਹੋਣ ਦਾ, ਦਿਲ ਦੇ ਰੋਗਾਂ ਦਾ ਮਾਹਰ ਹੋਣ ਦਾ ਮਾਣ ਹਾਸਲ ਹੈ ਔਰ ਵਾਈਸ ਚਾਂਸਲਰ ਰਿਟਾਇਰ ਹੋਇਆ ਉੱਥੋਂ, ਉਹ ਪਿਛਲੇ ਕਈ ਸਾਲਾਂ ਤੋਂ ਕਹੀ ਜਾ ਰਿਹਾ ਵੀ ਜਿਹੜਾ ਤੁਹਾਡਾ ਬਾਈਪਾਸ ਸਰਜਰੀ ਹੈ, ਤੁਹਾਡੀ ਸਟੰਟ ਨੇ, ਤੁਹਾਡੀ ਇਹ ਸਾਰਾ ਬਕਵਾਸ ਹੈ ਜੀ। ਉਹ ਅੰਕੜੇ ਦੇ ਕਹਿ ਰਿਹਾ ਕਿ 10% ਤੋਂ ਬਾਅਦ ਮਰੀਜ਼ਾਂ ਨੂੰ ਲਾਭ ਨਹੀਂ ਹੁੰਦਾ, 90% ਮਰੀਜ਼ਾਂ ਚ ਯੂਜ਼ਲੈਸ ਹੈ ਜਾਂ ਹਾਰਮਫੁਲ ਹੈ। ਜਿਨ੍ਹਾਂ ਲੋਕਾਂ ਨੂੰ ਸਟੰਟ ਪੈ ਰਹੇ ਆ ਉਹਦੇ ਚੋਂ 80-90% ਲੋਕਾਂ ਨੂੰ ਫालतू ਹੀ ਪੈ ਰਹੇ ਆ, 10% ਮਰੀਜ਼ ਨੇ ਜਿਨ੍ਹਾਂ ਨੂੰ ਕੋਈ ਫਾਇਦਾ ਹੁੰਦਾ। ਤਾਂ ਉਹ ਬਾਕੀ ਤਾਂ ਐਵੇਂ ਮਤਲਬ ਉਹ ਬੰਦੇ ਨੂੰ ਹੋ ਜਾਂਦਾ ਵੀ ਮੇਰੇ ਸਟੰਟ ਪੈ ਗਿਆ ਤੇ ਮੈਂ ਹੁਣ ਠੀਕ ਠਾਕ ਹਾਂ। ਤਾਂ ਤੁਸੀਂ ਬਹੁਤ ਵਾਰੀ ਪਾਓਗੇ ਕਿ ਮਰੀਜ਼ ਨੂੰ ਕਿਹਾ ਜਾਂਦਾ ਕਿ ਤੇਰੀਆਂ ਨਾੜਾਂ 80% ਬਲੌਕ ਨੇ, 90% ਬਲੌਕ ਨੇ, 100% ਬਲੌਕ ਨੇ, ਤੇ ਸਟੰਟ ਪਵਾ ਲੈ। ਹੁਣ ਜਿਹੜੀ ਨਾੜ 80-90% ਬਲੌਕ ਹੈ, 80-90% ਬਲੌਕ ਹੈ, ਇਹਦਾ ਮਤਲਬ ਉਹ ਬੰਦਾ ਤੁਰਿਆ ਫਿਰਦਾ, ਬੰਦਾ ਤੁਰਿਆ ਫਿਰ ਰਿਹਾ ਨਾ, ਤੇ ਬੰਦਾ ਤੁਰਿਆ ਫਿਰਦਾ 80-90% ਬਲੌਕ ਹੈ ਤਾਂ ਫਿਰ ਬੰਦਾ ਤੁਰਿਆ ਕਿਵੇਂ ਫਿਰਦਾ? ਇਹਦਾ ਮਤਲਬ ਕੁਦਰਤ ਨੇ ਆਲਰੇਡੀ ਬਾਈਪਾਸ ਬਣਾ ਲਿਆ ਹੋਇਆ, ਕੁਦਰਤ ਨੇ ਆਲਰੇਡੀ ਉਹਦਾ ਬਾਈਪਾਸ ਬਣਾ ਲਿਆ ਹੋਇਆ, ਇਸ ਕਰਕੇ ਤੁਰਿਆ ਫਿਰਦਾ। ਉਹ ਨਾੜ ਜ਼ਰੂਰ ਬਲੌਕ ਹੋਊਗੀ ਜੋ ਤੁਹਾਡਾ ਟੈਸਟ ਸ਼ੋ ਕਰ ਰਿਹਾ। ਬੜੀ ਵੱਡੀ ਗੱਲ ਹੈ ਜੀ ਕਿ 90% ਨਾੜੀਆਂ ਬਲੌਕ ਹੋਣ ਦੇ ਬਾਵਜੂਦ ਪਰਮਾਤਮਾ ਨੇ, ਕੁਦਰਤ ਨੇ ਆਪਣੇ ਸਰੀਰ ਦੇ ਅੰਦਰ ਹੀ ਇੱਕ ਸਿਸਟਮ ਬਣਾ ਲਿਆ, ਉਹਦਾ ਬਾਈਪਾਸ ਬਣ ਚੁੱਕਿਆ ਹੈ। ਪਰ ਮੈਡੀਕਲ ਸਾਇੰਸ ਜਾਂ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਕਹਿਣ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਇਸ ਪਾਸੇ ਨੂੰ ਕਰੋ। ਡਾਕਟਰ ਸਾਹਿਬ, ਇਹ ਇਸ ਵਿਸ਼ੇ ਤੇ ਆਪਣੀ ਡਿਟੇਲ ਗੱਲਬਾਤ ਹੋ ਚੁੱਕੀ ਹੈ ਕਿ ਅਸੀਂ ਇੱਕ ਤਰੀਕੇ ਨਾਲ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜੀ ਐਲੋਪੈਥਿਕ ਸਿਸਟਮ ਹੈ ਉਹਨੂੰ ਰੱਦ ਕਰ ਰਹੇ ਹਾਂ। ਤਾਂ ਇਸ ਤੋਂ ਬਚਾਅ ਵਾਸਤੇ ਕੁਝ ਉਪਾਅ ਜ਼ਰੂਰ ਦੱਸੋ ਕਿ ਕਿਸ ਤਰੀਕੇ ਨਾਲ ਇਹਨਾਂ ਅਲਾਮਤਾਂ ਤੋਂ ਬਚਿਆ ਜਾ ਸਕਦਾ। ਬਚਾਅ ਵਾਸਤੇ ਇਹਦੇ ਵਾਸਤੇ ਜਿਹੜੀ ਸਾਡੇ ਹੱਥ 'ਚ ਨੇ ਗੱਲਾਂ, ਜਿਹੜੀ ਤਾਂ ਹਵਾ ਦੀ ਗੱਲ ਹੈ, ਪਾਣੀ ਦੀ ਗੱਲ ਹੈ, ਉਹ ਸਾਂਝੀ ਲੜਾਈ ਹੈ। ਉਹ ਵੀ ਲੜਾਈ ਬਹੁਤ ਮਹੱਤਵਪੂਰਨ ਹੈ। ਉਹਨੂੰ ਕਦੀ ਵੀ ਆਪਾਂ ਨੂੰ ਜਦੋਂ ਫੂਡ ਦੀ ਗੱਲ ਕਰਦੇ ਹਾਂ ਤਾਂ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਹਵਾ ਦੀ ਲੜਾਈ ਤੇ ਪਾਣੀ ਦੀ ਲੜਾਈ ਬਹੁਤ ਹੀ ਜਿਹੜੀ ਹੈ ਉਹ ਜ਼ਰੂਰੀ ਹੈ, ਕਿਉਂਕਿ ਹਵਾ ਤੇ ਪਾਣੀ ਭੋਜਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਨੇ। ਲੇਕਿਨ ਉਹਦੇ ਬਾਰੇ ਆਪਾਂ ਗੱਲ ਇਸ ਕਰਕੇ ਘੱਟ ਕਰਦੇ ਹਾਂ ਕਿਉਂਕਿ ਉਹ ਅਸੀਂ ਫੌਰੀ ਤੌਰ ਤੇ ਉਹਦਾ ਇਕੱਲੇ ਦੁਕੱਲੇ ਕੁਝ ਕਰ ਨਹੀਂ ਸਕਦੇ। ਉਹ ਸਾਂਝੀ ਲੜਾਈ ਲੜਨੀ ਅਸੀਂ। ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ। ਉਹਦੇ ਅੰਦਰ ਪੰਜਾਬ ਦੇ ਪਾਣੀ ਦੇ ਅੰਦਰ ਬਹੁਤ ਜ਼ਿਆਦਾ ਹੈਵੀ ਮੈਟਲ ਨੇ। ਉਹ ਹੈਵੀ ਮੈਟਲ ਵਾਲਾ ਪਾਣੀ ਜਦੋਂ ਅਸੀਂ ਪੀ ਰਹੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਬਿਮਾਰ ਕਰ ਰਹੇ ਹਾਂ। ਇਸੇ ਤਰ੍ਹਾਂ ਪਾਣੀ ਹਵਾ ਦੇ ਅੰਦਰ ਜਿਹੜੇ ਜ਼ਹਿਰ ਨੇ ਉਹ ਸਾਡੇ ਅੰਦਰ ਹਰ ਟਾਈਮ ਜਾ ਰਹੇ ਆ, ਸਾਡੇ ਅੰਦਰ ਫੇਫੜੇ ਵੀ ਖਰਾਬ ਕਰ ਰਹੇ ਆ, ਸਾਡੇ ਦਿਲ ਨੂੰ ਵੀ ਖਰਾਬ ਕਰ ਰਹੇ ਆ, ਸਾਡੇ ਖੂਨ ਨਾੜਾਂ ਨੂੰ ਵੀ ਖਰਾਬ ਕਰ ਰਹੇ ਆ, ਪੂਰੇ ਸਰੀਰ ਨੂੰ ਖਰਾਬ ਕਰ ਰਹੇ ਆ। ਇਸ ਕਰਕੇ ਉਹਨਾਂ ਜ਼ਹਿਰਾਂ ਬਾਰੇ ਵੀ ਚਿੰਤਤ ਕਰਨਾ ਚਾਹੀਦਾ। ਲੇਕਿਨ ਭੋਜਨ ਦੀ ਗੱਲ ਆਪਾਂ ਬਾਰ-ਬਾਰ ਇਸ ਕਰਕੇ ਕਰਦੇ ਹਾਂ ਕਿਉਂਕਿ ਅਸੀਂ ਇਹੋ ਜਿਹੇ ਸੰਕਟ 'ਚ ਫਸ ਗਏ ਹੋਏ ਹਾਂ ਇਸ ਵੇਲੇ, ਜਿਹਦੇ ਉੱਪਰ ਸਾਨੂੰ ਇੱਕ ਐਮਰਜੈਂਸੀ ਸਿਚੁਏਸ਼ਨ ਹੈ ਕਿ ਸਾਡੇ ਲੋਕ ਬਹੁਤ ਵੱਡੀ ਗਿਣਤੀ 'ਚ ਪੂਰੀ ਉਮਰ ਭੋਗਣ ਤੋਂ ਪਹਿਲਾਂ ਹੀ ਮਰ ਰਹੇ ਆ ਜਾਂ ਬਿਮਾਰ ਹੋ ਰਹੇ ਆ ਜਾਂ ਉਹਨਾਂ ਦੀ ਪ੍ਰਜਨਨ ਕਿਰਿਆ ਜਿਹੜੀ ਆ ਉਹ ਖਰਾਬ ਹੋ ਰਹੀ ਹੈ। ਜਿਹੜੀ ਇੱਥੇ ਥੋੜੀ ਜਿਹੀ ਪ੍ਰਜਨਨ ਕਿਰਿਆ ਦੀ ਮੈਂ ਗੱਲ ਕਰਦਾ, ਜਿਹੜੀਆਂ ਖੂਨ ਦੀਆਂ ਨਾੜਾਂ ਭੀੜੀਆਂ ਹੁੰਦੀਆਂ ਨੇ ਉਹਦੇ ਅੰਦਰ ਜਿਹਨੂੰ ਆਪਾਂ ਸੈਕਸੁਅਲ ਵੀਕਨੈਸ ਕਹਿੰਦੇ ਆ ਉਹ ਵੀ ਉਹਦਾ ਇੱਕ ਹਿੱਸਾ ਨੇ ਜੀ। ਜਦੋਂ ਤੁਹਾਡੇ ਜਣਨ ਅੰਗ ਦੀ ਨਾੜਾਂ ਭੀੜੀਆਂ ਹੋ ਜਾਣਗੀਆਂ ਤਾਂ ਕੁਦਰਤੀ ਗੱਲ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਹੋਏਗਾ। ਉਹਨੂੰ ਕਹਿੰਦੇ ਆਪਾਂ ਕਹਿੰਦੇ ਅੰਗਰੇਜ਼ੀ 'ਚ ਕਹਿੰਦੇ ਇਰੈਕਟਾਈਲ ਡਿਸਫੰਕਸ਼ਨ, ਯਾਨੀ ਕਿ ਜਿਹੜਾ ਬੰਦਾ ਹੈ, ਮੇਲ ਹੈ, ਉਹਦੇ ਅੰਦਰ ਹੁਸ਼ਿਆਰੀ ਨਹੀਂ ਆਉਂਦੀ ਪੂਰੀ ਤੇ ਉਹ ਸੈਕਸ ਨਹੀਂ ਕਰ ਸਕਦਾ। ਉਹ ਅੱਜ ਕੱਲ੍ਹ ਪੰਜਾਬ ਦੇ ਅੰਦਰ ਹੜ੍ਹ ਆਇਆ ਵਾ ਪੂਰਾ। ਉਹ ਵੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਨਾੜਾਂ ਦਾ ਬੰਦ ਹੋਣਾ ਜਿਹੜਾ ਉਹ ਇੱਕ ਕਾਰਨ ਹੈ। ਤਾਂ ਉਹ ਜਿਹੜਾ ਸੀ ਆਪਾਂ ਗੱਲ ਕਰ ਰਹੇ ਸੀਗੇ ਕਿ ਭੋਜਨ ਦੀ ਗੱਲ ਆਪਾਂ ਇਸ ਕਰਕੇ ਕਰਦੇ ਹਾਂ। ਭੋਜਨ ਦੀ ਗੱਲ ਆਪਾਂ ਜਿਹੜੇ ਪਹਿਲਾਂ ਕਰ ਚੁੱਕੇ ਹਾਂ। ਸਾਰੇ ਦਾ ਸਾਰਾ ਭੋਜਨ ਜਿਹੜਾ ਉਹ ਬਿਮਾਰੀ ਨੂੰ ਜਿੱਥੇ ਉਹ ਰੋਕਥਾਮ ਕਰਦਾ ਉੱਥੇ ਉਹ ਉਹਦੇ ਚੋਂ ਕੱਢ ਵੀ ਲੈਂਦਾ। ਔਰ ਕੁਦਰਤ ਦੇ ਅੰਦਰ ਪਹਿਲੀ ਗੱਲ ਤਾਂ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਵੀ ਅਸੀਂ ਕੁਦਰਤ ਦੇ ਬੱਚੇ ਹਾਂ। ਕੁਦਰਤ ਨੇ ਸਾਨੂੰ ਪੈਦਾ ਕੀਤਾ ਤੇ ਕੁਦਰਤ ਸਾਨੂੰ ਬਚਾਉਂਦੀ ਹੈ। ਸੋ ਕੁਦਰਤ ਦੇ ਜਿਹੜੇ ਤਰੀਕੇ ਨੇ ਬਚਾਉਣ ਦੇ ਉਹ 80% ਰੋਲ ਉਹਨਾਂ ਦਾ, 80% ਰੋਲ ਉਹਨਾਂ ਦਾ। ਉਹ ਅੰਦਰ ਆਲਰੇਡੀ ਤੁਹਾਨੂੰ ਬਚਾਉਣ ਦੀ ਪੂਰੀ ਵਾਹ ਲਾ ਰਹੀ ਹੈ। 20% ਰੋਲ ਸਾਡਾ ਸਿਆਣਪ ਦਾ, ਉਹ ਅਸੀਂ 20% ਰੋਲ ਜੇ ਉਹਦੇ 'ਚ ਐਡ ਕਰ ਲੈਂਦੇ ਹਾਂ 80% 'ਚ ਤਾਂ ਅਸੀਂ ਬੱਲੇ ਬੱਲੇ ਸਾਡੀ। ਤੇ ਜੇ ਅਸੀਂ ਐਡ ਨਹੀਂ ਕਰ ਸਕਦੇ ਤਾਂ ਉਹ ਫਿਰ 60% ਰਹਿ ਜਾਂਦਾ, 20% ਮਾਈਨਸ ਹੋ ਜਾਂਦਾ, ਤਾਂ ਫਿਰ ਅਸੀਂ ਬਿਮਾਰ ਹੋ ਜਾਂਦੇ ਹਾਂ। ਤਾਂ ਕੁਦਰਤ ਜਿਹੜੀ ਆ ਬਾਈਪਾਸ ਬਣਾ ਲੈਂਦੀ ਆਪ ਹੀ। ਕੁਦਰਤ ਜਿਹੜੀ ਹੈ ਪੁਰਾਣੇ ਬਲੌਕ ਨੂੰ ਖੋਲ ਵੀ ਸਕਦੀ ਹੈ, ਖੋਲਣ ਦੀ ਸਮਰੱਥਾ ਵੀ ਰੱਖਦੀ ਹੈ, ਤੇ ਨਵੇਂ ਬਾਈਪਾਸ ਬਣਾਉਣ ਦੀ ਸਮਰੱਥਾ ਵੀ ਰੱਖਦੀ ਹੈ। ਉਹ ਕੁਦਰਤ ਦੇ ਜਿਹੜੇ ਬਾਈਪਾਸ ਬਣੇ ਹੁੰਦੇ ਆ ਡਾਕਟਰਾਂ ਦੇ ਬਣੇ ਬਾਈਪਾਸ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੁੰਦੇ ਆ, ਕਿਉਂਕਿ ਉਹ ਮਲਟੀਪਲ ਬਾਈਪਾਸ ਹੁੰਦੇ ਆ। ਉਹਦੇ ਚੋਂ ਵੀ ਕੋਈ ਬਲੌਕ ਹੋ ਜਾਵੇ ਤਾਂ ਹੋਰ ਬਾਈਪਾਸ ਬਣਾ ਸਕਦੀ ਕੁਦਰਤ। ਕੁਦਰਤ ਕੋਲੇ ਅਨੰਤ ਪਾਵਰ ਹੈ ਬਾਈਪਾਸ ਬਣਾਉਣ ਦੀ ਔਰ ਜਿਹੜੀ ਬਲੌਕ ਹੋਈਆਂ ਨਾੜਾਂ ਨੇ ਉਹਨਾਂ ਨੂੰ ਖੋਲਣ ਦੀ। ਉਹਦੇ ਜਿਹੜਾ ਭੋਜਨ ਹੈ ਉਹਦਾ ਬਹੁਤ ਵੱਡਾ ਰੋਲ ਹੈ। ਜੋ ਭੋਜਨ ਦੀ ਆਪਾਂ ਗੱਲ ਅੱਜ ਨਹੀਂ ਕਰਾਂਗੇ ਕਿਉਂਕਿ ਭੋਜਨ ਦੀ ਗੱਲ ਆਪਾਂ ਅਕਸਰ ਕਰਦੇ ਰਹਿੰਦੇ ਹਾਂ, ਕੀਤੀ ਹੈ। ਭੋਜਨ ਲਗਭਗ ਉਹੀ ਹੈ, ਲਗਭਗ ਉਹੀ ਹੈ। ਉਹਦੇ ਅੰਦਰ ਉਹੀ ਪੰਜ ਗੱਲਾਂ ਨੇ, 6 ਗੱਲਾਂ ਨੇ। ਸਭ ਤੋਂ ਜ਼ਰੂਰੀ ਹੈ ਭੋਜਨ ਠੀਕ ਖਾਣਾ। ਨੰਬਰ 2 ਤੇ ਜ਼ਰੂਰੀ ਹੈ
ਸਰੀਰਕ ਕੰਮ ਕਰਨਾ, ਇਹ ਸਰੀਰ ਨੂੰ ਖਿੱਚ ਕੇ ਵਰਤਣਾ, ਜਿਹਨੂੰ ਕਹਿੰਦੇ ਪਸੀਨੋ ਪਸੀਨ ਕਰ ਦੇਣਾ ਘੰਟਾ 2 ਘੰਟੇ ਘੱਟੋ ਘੱਟ, ਤਾਂ ਉਹ ਜਿਹੜਾ ਜ਼ਰੂਰੀ ਉਹਦੇ ਨਾਲ ਜਿਹੜਾ ਕੀ ਹੁੰਦਾ ਕਿ ਪੂਰੇ ਦਾ ਪੂਰਾ ਸਰੀਰ ਜਿਹੜਾ ਉਹਦਾ ਸ਼ੁੱਧੀਕਰਨ ਹੁੰਦਾ ਹੈ, ਔਰ ਪੂਰੇ ਦਾ ਪੂਰਾ ਸਰੀਰ ਜਿਹੜਾ ਉਹ ਤਕੜਾ ਹੋ ਜਾਂਦਾ, ਔਰ ਪੂਰਾ ਫਿਰ ਜਿਹੜਾ ਸਿਹਤਮੰਦ ਹੋ ਜਾਂਦਾ। ਤਾਂ ਸਰੀਰਕ ਕੰਮ ਕਰਨਾ, ਜਾਂ ਸਰੀਰਕ ਕੰਮ ਨਹੀਂ ਹੈ ਤਾਂ ਵਰਜਿਸ਼ ਕਰਨਾ, ਜਾਂ ਕੋਈ ਗੇਮ ਖੇਡਣਾ, ਜਾਂ ਕੁਛ ਨਾ ਕੁਛ ਇਹੋ ਜਿਹਾ ਕਰਨਾ ਜਿਹਦੇ 'ਚ ਅਸੀਂ ਸਾਡੇ ਸਰੀਰ ਨੂੰ ਪੂਰਾ ਘੰਟਾ 2 ਘੰਟੇ ਜਾਂ ਉਸ ਤੋਂ ਵੱਧ ਗਰਮੀ 'ਚ ਆਵੇ, ਗਰਮੀ ਆਵੇ। ਨੰਬਰ 3 ਤੇ ਧੁੱਪ ਨੂੰ ਕਦੀ ਨਹੀਂ ਭੁੱਲਣਾ, ਧੁੱਪ ਔਰ ਤਾਜ਼ੀ ਹਵਾ ਨੂੰ ਕਦੀ ਨਹੀਂ ਭੁੱਲਣਾ। ਧੁੱਪ ਜਿਹੜੀ ਆ ਬਹੁਤ ਹੀ ਜ਼ਿਆਦਾ ਜਿਹੜੀ ਸਿਹਤ ਲਈ ਜ਼ਰੂਰੀ ਹੈ, ਆਪਣੇ ਸਰੀਰ ਨੂੰ ਧੁੱਪ ਲੱਗਣ ਦੇਣਾ। ਅੱਜ ਕੱਲ੍ਹ ਜਿਹੜਾ ਧੁੱਪ ਦੇ ਖਿਲਾਫ ਲੋਕ ਹੋ ਗਏ ਆ, ਸਾਰਾ ਮੂੰਹ ਸਿਰ ਜਿਹਾ ਲਪੇਟ ਕੇ ਬਾਹਰ ਨਿਕਲਦੇ ਆਪਾਂ, ਉਹ ਬਹੁਤ ਹੀ ਗਲਤ ਵਰਤਾਰਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਸਰੀਰ ਨੰਗਾ ਰੱਖ ਕੇ ਬਾਹਰ ਨਿਕਲੋ, ਜਿੰਨਾ ਕੁ ਤੁਸੀਂ ਮੌਸਮ ਦੇ ਹਿਸਾਬ ਨਾਲ ਰੱਖ ਸਕਦੇ ਹੋ। ਜਿਹੜਾ ਬਾਰ ਮੂੰਹ ਸਿਰ ਲਪੇਟ ਕੇ ਨਿਕਲਣਾ, ਇਹ ਆਪਣੇ ਆਪ ਨੂੰ ਬਿਮਾਰ ਕਰਨ ਦਾ ਕੰਮ ਹੈ, ਜਾਂ ਕਮਰੇ 'ਚ ਵੜੇ ਰਹਿਣਾ, ਜਾਂ ਏਸੀਆਂ 'ਚ ਵੜੇ ਰਹਿਣਾ, ਇਹ ਬਿਮਾਰੀ ਨੂੰ ਸੱਦਾ ਦੇਣਾ। ਇਸ ਕਰਕੇ ਧੁੱਪ ਜਿਹੜੀ ਹੈ ਕੁਦਰਤ ਦੀ ਨਿਆਮਤ ਹੈ, ਪਰਮਾਤਮਾ ਦਾ ਪਹਿਲਾ ਦੂਤ ਹੈ। ਸੂਰਜ ਦੇਵਤਾ ਸਰੀਰ ਨੂੰ ਟੱਚ ਕਰੇਗਾ ਤਾਂ ਉਹ ਤੁਹਾਨੂੰ ਸਿਹਤਯਾਬ ਕਰੇਗਾ, ਉਹਨੂੰ ਕਦੀ ਨਹੀਂ ਭੁੱਲਣਾ। ਤੇ ਉਸ ਤੋਂ ਬਾਅਦ ਜਿਹੜੀ ਆ ਗਈ ਤੁਹਾਡੀ ਖਾਣੇ ਦੀ ਗੱਲ ਆ ਗਈ ਤੇ ਵਰਜਿਸ਼ ਦੀ ਗੱਲ ਆ ਗਈ। ਉਸ ਤੋਂ ਬਾਅਦ ਹੈਗੀਆਂ ਨਾ ਕੁਝ ਹੋਮ ਰੈਮਡੀਜ਼, ਜਿਹੜੀਆਂ ਘਰੇਲੂ ਉਪਚਾਰ ਨੇ। ਉਹਦੇ ਅੰਦਰ ਬਹੁਤ ਸਾਰੇ ਘਰੇਲੂ ਉਪਚਾਰ ਨੇ ਜਿਹੜੇ ਦਿਲ ਵਾਸਤੇ ਬਹੁਤ ਵਧੀਆ ਨੇ। ਜਿਵੇਂ ਅਰਜਨ ਹੈ, ਅਰਜਨ ਦੀ ਛਾਲ ਕਮਾਲ ਦੀ ਜਿਹੜੀ ਹੈ, ਉਹ ਦਿਲ ਦੀਆਂ ਨਾੜਾਂ ਖੋਲਣ ਦੀ ਸਮਰੱਥਾ ਰੱਖਦੀ ਹੈ। ਔਰ ਬਾਕੀ ਵੀ ਜਿਹੜੇ ਜਿੰਨੇ ਜੂਸਿਸ ਨੇ, ਔਰ ਵੀਟ ਗ੍ਰਾਸ ਜੂਸ ਹੈ, ਸਾਰਾ ਕੁਝ ਜਿਹੜਾ ਆਪਾਂ ਉਹਦੇ ਜਿਹੜੇ ਦੇਸੀ ਨੁਸਖੇ ਹੈ, ਬਹੁਤ ਕਮਾਲ ਦੀ ਚੀਜ਼ ਨੇ। ਲੇਕਿਨ ਦੇਸੀ ਨੁਸਖੇ ਜਦੋਂ ਵੀ ਵਰਤਣੇ ਆਪਾਂ ਨੇ, ਤਾਂ ਉਹਦੇ 'ਚ ਖਿਆਲ ਰੱਖਣਾ ਹੈ ਕਿ ਭੋਜਨ ਦਾ ਬਦਲ ਨਹੀਂ ਹੈ, ਉਹ ਭੋਜਨ ਦੇ ਵਿੱਚ ਜਮ੍ਹਾਂ ਕਰਨੇ ਆ ਉਹ। ਕਿਉਂਕਿ ਭੋਜਨ ਸਾਡਾ ਸਭ ਤੋਂ ਵੱਡਾ 2 ਕਿਲੋ 2.5 ਕਿਲੋ ਜਿਹੜੀ ਖਾਣੀ ਹੈ, ਪਹਿਲਾਂ ਉਹ ਬਦਲਣੀ ਹੈ। ਉਹਦੇ ਉੱਪਰ ਆਪਾਂ ਕੋਈ ਵੀ ਜਿਹੜੇ ਨੁਸਖੇ ਤਕਰੀਬਨ 100% ਹੀ ਲਗਭਗ ਠੀਕ ਹੁੰਦੇ ਆ, ਕਿਉਂਕਿ ਉਹ ਸਾਡੀਆਂ ਪੁਸ਼ਤ ਟੈਸਟ ਕੀਤੇ ਹੋਏ ਨੇ। ਉਹ ਸਾਡੇ ਬਜ਼ੁਰਗਾਂ ਨੇ ਟੈਸਟ ਕਰਕੇ ਫਿਰ ਸਾਨੂੰ ਗਾਂ ਦੀ ਗਾਂ ਦਿੱਤੇ ਆ। ਤਾਂ ਲਗਭਗ ਸਾਰੇ ਟੋਟਕੇ ਜਿੰਨੇ ਆਪਾਂ ਸੁਣਦੇ ਆ, ਉਹ ਕਾਰਗਰ ਹੁੰਦੇ ਆ। ਲੇਕਿਨ ਕਦੀ ਵੀ ਇਕੱਲੇ ਟੋਟਕੇ ਤੇ ਨਿਰਭਰ ਨਹੀਂ ਕਰਨਾ। ਲੇਕਿਨ ਜੇ ਭੋਜਨ ਠੀਕ ਖਰਾਬ ਹੋਏਗਾ ਤਾਂ ਟੋਟਕੇ ਇਕੱਲਾ ਕੰਮ ਨਹੀਂ ਕਰਨਗੇ। ਸੋ ਉਹ ਜਿਹੜੇ ਦੇਸੀ ਨੁਸਖੇ ਨੇ ਉਹ ਵੀ ਸਾਡੇ ਲਈ ਬਹੁਤ ਉੱਤਮ ਨੇ। ਫਿਰ ਅੱਗੇ 4 ਤੇ ਹੈਗਾ ਮਾਈਂਡ ਮੈਨੇਜਮੈਂਟ, ਜਿਹਦੀ ਆਪਾਂ ਗੱਲ ਕਰਦੇ ਸੀ। ਨੈਗੇਟਿਵ ਇਮੋਸ਼ਨ ਤੋਂ ਮੁਕਤ ਹੋਣਾ, ਪਰਮਾਤਮਾ ਨਾਲ ਜੁੜ ਕੇ ਰਹਿਣਾ, ਕੁਦਰਤ ਨਾਲ ਜੁੜ ਕੇ ਰਹਿਣਾ, ਔਰ ਸਮਾਜ ਦੇ ਨਾਲ, ਆਪਣੇ ਆਲੇ ਦੁਆਲੇ ਨਾਲ ਜੁੜ ਕੇ ਰਹਿਣਾ, ਆਪਣੇ ਭਰਾਤਰੀ ਭਾਵ 'ਚ ਰਹਿਣਾ। ਤਾਂ ਉਹ ਵੀਨੈਸ ਅਸੀਂ ਜਿਹੜਾ ਸਾਡਾ ਕਮਾਲ ਦਾ ਸਾਡਾ ਕਨਸੈਪਟ ਗੁਰੂਆਂ ਨੇ ਦਿੱਤਾ। ਦੇਖੋ 1 ਤੋਂ 5 ਤੋਂ ਅੱਗੇ ਸੰਗਤ, ਖਾਲਸਾ। ਉਹ ਉਹਦੇ ਤੇ ਬਹੁਤ ਗਹਿਰੀ ਸੋਚ ਹੈ। ਇਹ ਕੋਈ ਲੜਾਈ ਲੜਨ ਵਾਸਤੇ ਨਹੀਂ ਕਿਹਾ ਉਹਨਾਂ ਨੇ। ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਸੋਚ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਤੁਸੀਂ ਤੁਹਾਡੇ ਨਾਲੋਂ 5 ਜ਼ਿਆਦਾ ਮਹੱਤਵਪੂਰਨ ਨੇ, ਕਿਉਂਕਿ ਜ਼ਿਆਦਾ ਸਾਂਝੀ ਉਹ ਤੁਹਾਡੇ ਨਾਲੋਂ ਵੱਡੀ ਸਿਆਣਪ ਹੈ। ਗੁਰੂ ਸਾਹਿਬ ਨੇ ਪਾਵਰ ਦਿੱਤੀ ਨਾ 5 ਪਿਆਰਿਆਂ ਨੂੰ ਵੀ ਤੁਸੀਂ ਮੇਰੇ ਤੋਂ ਉੱਪਰ ਹੋ। ਉਹ ਕਿਉਂ ਦਿੱਤੀ? ਉਹਦੇ ਕੋਲ ਇਹ ਨਹੀਂ ਵੀ ਗੁਰੂ ਸਾਹਿਬ ਨੇ ਜਸਟ ਸ਼ੋਅ ਕਰਨ ਲਈ ਦਿੱਤੀ, ਜਾਂ ਕੋਈ ਗੁਰੂ ਸਾਹਿਬ ਨੂੰ ਕੋਈ ਮਤਲਬ ਜਸਟ ਇੱਕ ਜਿਹਨੂੰ ਕਹਿੰਦੇ ਇੱਕ ਤਰੀਕਾ ਵਰਤਿਆ ਉਹਨਾਂ ਨੇ। ਇਹ ਨਹੀਂ ਹੈ। ਉਹਨਾਂ ਦੀ ਇੱਕ ਬਹੁਤ ਗਹਿਰੀ ਸਮਝ ਸੀ ਕਿ ਇੱਕ ਬੰਦੇ ਦੀ ਸਿਆਣਪ ਤੋਂ 5 ਬੰਦਿਆਂ ਦੀ ਸਿਆਣਪ ਜਿਹੜੀ ਆ ਉਹ ਵੱਡੀ ਹੈ, ਤੇ 5 ਬੰਦਿਆਂ ਤੋਂ ਵੱਡੀ ਸਿਆਣਪ ਹੈ ਸੰਗਤ ਦੀ ਜਾਂ ਖਾਲਸੇ ਦੀ। ਤਾਂ ਉਹ ਜਿਹੜਾ ਸਾਰਾ ਵੀਨੈਸ ਹੈ, ਉਹ ਵੀਨੈਸ ਦੀ ਸਥਿਤੀ 'ਚ ਰਹਿਣਾ, ਈਗੋ ਤੋਂ ਮੁਕਤ ਰਹਿਣਾ, ਬਦਲੇ ਦੀ ਭਾਵਨਾ ਤੋਂ ਮੁਕਤ ਰਹਿਣਾ, ਈਰਖਾ ਤੋਂ ਮੁਕਤ ਰਹਿਣਾ, ਗੁੱਸੇ ਤੋਂ ਮੁਕਤ ਰਹਿਣਾ, ਜਿਹੜੀ ਆ ਉਹਦਾ ਆਪਣਾ ਰੋਲ ਮਾਈਂਡ ਮੈਨੇਜਮੈਂਟ ਕਹਿ ਸਕਦੇ ਆਪਾਂ ਨੂੰ। ਫਿਰ ਅੱਗੇ ਆ ਗਿਆ ਥੋੜਾ ਦੇਸੀ ਦਵਾਈਆਂ, ਹੋਮੋਪੈਥੀ ਹੈ, ਆਯੁਰਵੈਦਿਕ ਹੈ, ਨੈਚੁਰੋਪੈਥੀ ਹੈ, ਯੋਗਾ ਹੈ, ਇਹਨਾਂ ਦੇ ਆਪਣਾ ਰੋਲ ਹੈ। ਤੇ ਲਾਸਟ ਜਿੱਥੇ ਜੇ ਅਗਰ ਕੋਈ ਲੋੜ ਹੋਵੇ ਤਾਂ ਐਲੋਪੈਥੀ ਵੀ ਉਹਦੇ ਪ੍ਰਤੀ ਬਲਾਈਂਡ ਨਹੀਂ ਹੋਣਾ, ਕੋਈ ਅੰਨੇ ਉਹਦੇ ਵਿਰੋਧੀ ਨਹੀਂ ਆਪਾਂ ਕੋਈ। ਜਿੱਥੇ ਕਿਤੇ ਐਲੋਪੈਥੀ ਦੀ ਲੋੜ ਹੈ, ਉਹਨੇ ਇੱਥੇ ਐਲੋਪੈਥੀ ਦੀ ਵੀ ਮਦਦ ਲੈਣਾ। ਸੋ ਇਹ ਮੋਟੇ ਜਿਹੜਾ ਉਹਦਾ ਤਰੀਕਾ ਹੈ ਜਿਹੜੇ ਇਸ ਚੱਕਰ ਚੋਂ ਨਿਕਲਣ ਦਾ। ਤੇ ਮੇਰੇ ਖਿਆਲ 'ਚ ਆਪਾਂ ਇੱਕ ਵਾਰੀ ਇੱਥੇ ਸਟਾਪ ਕਰਦੇ ਹਾਂ। ਤੇ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਸਾਰਾ ਕੁਝ ਦੱਸਿਆ ਕਿ ਐਲੋਪੈਥਿਕ ਅਖੀਰ ਸਟਾਰਟਿੰਗ ਨਹੀਂ, ਪ੍ਰੀਕਾਸ਼ਨਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਸਭ ਤੋਂ ਵੱਧ ਜ਼ਰੂਰੀ ਹੈ ਇਸ ਗੱਲ ਨੂੰ ਕਿ ਸਾਡਾ ਸਾਫ਼ ਭੋਜਨ, ਜ਼ਹਿਰ ਮੁਕਤ ਭੋਜਨ, ਜ਼ਹਿਰ ਮੁਕਤ ਹਵਾ, ਜ਼ਹਿਰ ਮੁਕਤ ਪਾਣੀ, ਇਹ ਸਾਰਾ ਕੁਝ ਸਾਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਤੇ ਨਾਲ ਸਭ ਤੋਂ ਜ਼ਰੂਰੀ ਇਹ ਗੱਲ ਕਹੀ ਹੈ ਕਿ ਆਪਣਾ ਸਰੀਰਕ ਕਸਰਤ, ਪਸੀਨੇ ਦਾ ਵਹਾਅ, ਸਰੀਰ ਦੇ ਅੰਦਰ ਪੈਦਾ ਹੋਈਆਂ ਪਹੁੰਚੀਆਂ ਜ਼ਹਿਰਾਂ ਜਿਹੜੀਆਂ ਨੇ, ਉਹ ਜੇ ਸਰੀਰ ਦੇ ਵਿੱਚੋਂ ਬਾਹਰ ਨਿਕਲਣਗੀਆਂ ਤਾਂ ਅਸੀਂ ਸਾਰੀਆਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹਾਂ। ਸੋ ਹੁਣ ਚੱਲਦੇ ਹਾਂ ਸਾਡੇ ਦਰਸ਼ਕਾਂ ਦੇ ਸਵਾਲਾਂ ਵਾਲੇ ਪਾਸੇ ਨੂੰ। ਮੈਂ ਤੁਹਾਨੂੰ ਲੈ ਚੱਲਦਾ ਵੈਦ ਦਵਿੰਦਰ ਸਿੰਘ ਤਪਾ ਹੋਰਾਂ ਕੋਲੇ। ਉਹ ਤੁਹਾਡੇ ਸਵਾਲ ਜਿਹੜੇ ਜਿਸ ਤਰ੍ਹਾਂ ਦੇ ਸਵਾਲ ਤੁਹਾਡੇ ਆਏ ਨੇ, ਜਿਹੜੇ ਹੁਣ ਤੱਕ ਸਾਡੇ ਨਾਲ ਜੁੜੇ ਨੇ ਵੀਰ, ਉਹਨਾਂ ਦੇ ਸਵਾਲਾਂ ਨੂੰ
ਡਾਕਟਰ ਅਮਰ ਸਿੰਘ ਆਜ਼ਾਦ ਕੋਲੇ ਲੈ ਕੇ ਜਾਣਗੇ। ਦਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਤੇ ਸਾਰੇ ਸਵਾਲ ਜਿਹੜੇ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਤੁਸੀਂ ਸਾਂਝੇ ਕਰੋਗੇ। ਹਾਂਜੀ, ਹਰਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅੱਛਾ, ਮੈਂ ਡਾਕਟਰ ਸਾਹਿਬ ਦੀ ਗੱਲ ਦੇ ਵਿੱਚ ਇੱਕ ਹੋਰ ਲੋਕਾਂ ਤੱਕ ਲੈ ਜਾ, ਵੀ ਗਲਤ ਨਾ ਮਤਲਬ ਕੱਢ ਲੈਣ ਵੀ ਬੀਪੀ ਤੁਸੀਂ ਖੁਰਾਕ ਨੂੰ ਸਹੀ ਕਰਕੇ ਨਾਰਮਲ ਰੱਖਣਾ। ਜੇਕਰ ਤੁਹਾਡਾ ਨਹੀਂ ਰਹਿੰਦਾ 100 ਤੋਂ 160 ਦੇ ਵਿੱਚ ਘੱਟ ਰਹਿੰਦਾ ਤਾਂ ਤੁਸੀਂ ਫਿਰ ਟੈਬਲੇਟ ਚਾਹੇ ਅੰਗਰੇਜ਼ੀ ਲੈ ਕੇ ਉਹਨੂੰ ਨਾਰਮਲ ਰੱਖੋ। ਮਤਲਬ ਗੱਲਾਂ ਦੋ ਹੀ ਨੇ, ਜਾਂ ਤਾਂ ਆਪਣੀ ਖੁਰਾਕ ਸੁਧਾਰ ਕੇ, ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਿਹਾ ਮਿੱਠੇ ਨੂੰ ਬੰਦ ਕਰਕੇ, ਠੀਕ ਹੈ ਨਾ, ਵਰਜਿਸ਼ ਕਰਕੇ ਉਹਨੂੰ ਨਾਰਮਲ ਰੱਖੋ। ਜੇਕਰ ਤੁਹਾਡਾ ਨਹੀਂ ਉਸ ਤਰ੍ਹਾਂ ਨਾਰਮਲ ਰਹਿੰਦਾ ਤਾਂ ਐਲੋਪੈਥੀ ਤੋਂ ਵੀ ਅੰਗਰੇਜ਼ ਨਹੀਂ ਕਰਨਾ, ਕਿਉਂਕਿ ਫਿਰ ਇਹ ਵਧਿਆ ਹੋਇਆ ਜੇ 100 ਤੋਂ ਜਾਂ 160 ਤੋਂ ਉੱਪਰ ਜਾ ਰਿਹਾ ਤਾਂ ਤੁਹਾਡਾ ਨੁਕਸਾਨ ਕਰੂਗਾ। ਤੇ ਡਾਕਟਰ ਸਾਹਿਬ ਨੇ ਵੀ ਗੱਲ ਕਲੀਅਰ ਕਰ ਦਿੱਤੀ ਗਿਆ। ਚਲੋ ਮੈਂ ਯਾਦ ਕਰਾਉਣ ਦੇ ਬਾਰੇ ਨੇ ਇਸ ਗੱਲ ਨੂੰ ਵਿੱਚ ਐਡ ਕਰ ਦੇਵਾਂ। ਠੀਕ ਹੈ ਡਾਕਟਰ ਸਾਹਿਬ ਜੀ। ਹਾਂਜੀ ਡਾਕਟਰ ਸਾਹਿਬ, ਕੁਛ ਸਵਾਲ ਆਏ ਨੇ ਦਰਸ਼ਕਾਂ ਦੇ, ਕਈ ਵਾਰ ਵਿੱਚ ਵੀ ਕੱਟ ਜਾਂਦੀ ਆਵਾਜ਼, ਤਾਂ ਕਰਕੇ ਅਸੀਂ ਲੈ ਲਏ ਸੀਗੇ ਇਹ। ਤੇ ਇਹਦੇ ਵਿੱਚ ਇੱਕ ਤਾਂ ਨਸ਼ੇ ਬਾਰੇ ਕਹਿ ਰਹੇ ਆ ਵੀ ਨਸ਼ਾ ਅੱਜ ਨਸ਼ੇ ਵਾਲੀ ਬੜੀ ਭੀੜ ਲੱਗੀ ਵੀ ਆ ਲੋਕਾਂ ਦੀ, ਹਸਪੀਟਲਾਂ 'ਚ ਨਸ਼ੇ ਜਿਨ੍ਹਾਂ ਨੂੰ ਮਤਲਬ ਨਹੀਂ ਮਿਲ ਰਹੇ ਜਾਂ ਨਸ਼ੇ ਛੱਡਣ ਵਾਸਤੇ, ਵੀ ਉਹਨਾਂ ਬਾਰੇ ਤੁਹਾਡਾ ਕੀ ਸੁਝਾਅ ਹੈਗਾ ਵੀ ਕੀ ਇਸ ਤਰ੍ਹਾਂ ਉਹ ਛੇਤੀ ਨਿਜਾਤ ਪਾ ਸਕਦੇ ਆ ਨਸ਼ੇ ਤੋਂ, ਆਪਣੇ ਸਰੀਰ ਨੂੰ ਕਿਵੇਂ ਬਚਾ ਸਕਦੇ ਜਿਹੜੇ ਲੱਗੇ ਹੋਏ ਪਹਿਲਾਂ? ਪਹਿਲੀ ਗੱਲ ਤਾਂ ਨਸ਼ਿਆਂ ਬਾਰੇ ਆਪਾਂ ਸਪਸ਼ਟ, ਵੈਸੇ ਤਾਂ ਆਪਾਂ ਨੂੰ ਨਸ਼ਿਆਂ ਬਾਰੇ ਇੱਕ ਸਪੈਸ਼ਲ ਸੈਸ਼ਨ ਕਰਨਾ ਚਾਹੀਦਾ। ਨਸ਼ੇ ਔਰ ਮੈਂਟਲ ਹੈਲਥ ਦੋਨਾਂ ਦੇ ਉੱਪਰ 2 ਸੈਸ਼ਨ ਹੋ ਸਕਦੇ ਆ। ਉਹ ਵਿਸਥਾਰ ਆਪਾਂ ਗੱਲ ਉਹ 'ਚ ਕਰਾਂਗੇ ਕਿ ਨਸ਼ੇ ਜਿਹੜੇ ਨੇ ਇਹ ਆਫਟਰ ਮਨੁੱਖ ਨਸ਼ਿਆਂ ਵੱਲ ਖਿੱਚਿਆ ਕਿਉਂ ਜਾ ਰਿਹਾ, ਕਿਉਂ ਨਸ਼ੇ ਕਰਨੇ ਚਾਹ ਰਿਹਾ, ਉਸ ਗੱਲ 'ਚ ਆਪਾਂ ਅੱਜ ਨਹੀਂ ਜਾਂਦੇ ਕਿਉਂਕਿ ਥੋੜੀ ਜਿਹੀ ਵਿਸਥਾਰਤ ਗੱਲ ਹੈ। ਕਿਉਂਕਿ ਨਸ਼ੇ ਵੱਲ ਅਗਰ ਮਨੁੱਖ ਖਿੱਚਿਆ ਜਾ ਰਿਹਾ ਤਾਂ ਉਹਦੇ ਕੋਈ ਬਹੁਤ ਹੀ ਗਹਿਰੇ ਕਾਰਨ ਨੇ, ਬਹੁਤ ਹੀ ਗਹਿਰੇ ਕਾਰਨ ਨੇ। ਉਹ ਕਾਰਨ ਰਿਮੂਵ ਕਰਨੇ ਪੈਣਗੇ, ਨਹੀਂ ਤਾਂ ਨਸ਼ਿਆਂ ਤੋਂ ਮੁਕਤ ਨਹੀਂ ਹੋਏਗਾ ਸਮਾਜ। ਇਹ ਕੋਈ ਦੁਨੀਆ ਦੀ ਸ਼ਕਤੀ ਨਸ਼ਿਆਂ ਨੂੰ ਰੋਕ ਨਹੀਂ ਸਕਦੀ, ਕਿਉਂਕਿ ਨਸ਼ਿਆਂ ਨੂੰ ਵੇਚਣ ਵਾਲੇ ਬੰਦੇ ਜਿਹੜੇ ਨੇ ਬਹੁਤ ਸਟਰੋਂਗ ਨੇ। ਜਿਹੜੇ ਨਸ਼ਿਆਂ ਦੇ ਵਪਾਰੀ ਨੇ ਉਹ ਇੰਨੇ ਕੁ ਸਟਰੋਂਗ ਨੇ ਕਿ ਜਦ ਤੱਕ ਤੁਸੀਂ ਲੋਕਾਂ ਨੂੰ ਚੇਤਨ ਨਹੀਂ ਕਰਾਂਗੇ ਉਹ ਆਪਣਾ ਵਪਾਰ ਧੰਦਾ ਬੰਦ ਨਹੀਂ ਕਰਨਗੇ। ਕਿਉਂਕਿ ਇਹ ਧੰਦਾ ਅੱਜ ਦਾ ਨਹੀਂ ਚੱਲ ਰਿਹਾ, ਕੋਈ ਧੰਦਾ ਬਹੁਤ ਪੁਰਾਣਾ ਹੈ, ਇਹ ਬਹੁਤ ਪੁਰਾਣਾ ਹੈ, ਇਹਦਾ ਇਤਿਹਾਸ ਬਹੁਤ ਪੁਰਾਣਾ। ਅੱਜ ਤੋਂ ਮੇਰੇ ਖਿਆਲ 'ਚ 150 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜਦੋਂ ਕਿ ਨਸ਼ਿਆਂ ਦਾ ਵਪਾਰ ਸ਼ੁਰੂ ਹੋਇਆ ਸੀ। ਔਰ ਵਪਾਰ ਤੁਸੀਂ ਹੈਰਾਨ ਹੋ ਕੇ ਸ਼ੁਰੂ ਕੀਤਾ ਸੀ ਈਸਟ ਇੰਡੀਆ ਕੰਪਨੀ ਨੇ। ਸਭ ਤੋਂ ਪਹਿਲੀ ਨਸ਼ਿਆਂ ਦੀ ਵਪਾਰੀ ਸੀਗੀ ਈਸਟ ਇੰਡੀਆ ਕੰਪਨੀ। ਉਹਦੀ ਆਪਾਂ ਡਿਟੇਲ 'ਚ ਜਾਵਾਂਗੇ ਕਿਤੇ। ਫਿਰ ਉਹਨਾਂ ਨੇ ਕਿਸ ਢੰਗ ਦੇ ਨਾਲ ਚੀਨ ਦੇ ਅੰਦਰ ਨਸ਼ੇ ਲੈ ਕੇ ਗਏ। ਉਹ ਤਾਂ ਉਹ ਜਿਹੜੇ ਨਸ਼ੇ ਨੇ ਇਹ ਆਰਜੀ ਸਕੂਨ ਦਿੰਦੇ ਆ ਸਰੀਰਕ ਪੀੜਾ ਤੋਂ, ਮਾਨਸਿਕ ਪੀੜਾ ਤੋਂ ਔਰ ਸੈਕਸੁਅਲ ਵੀਕਨੈਸ ਤੋਂ। ਤਿੰਨਾਂ ਤੋਂ ਆਰਜੀ ਸਕੂਨ ਦਿੰਦੇ ਆ। ਆਰਜੀ ਸਕੂਨ ਲੈਣ ਵਾਸਤੇ ਮਨੁੱਖ ਇਹਦੇ ਵੱਲ ਖਿੱਚੇ ਜਾਂਦੇ ਆ, ਸਰੀਰਕ ਪੀੜਾ ਤੋਂ, ਮਾਨਸਿਕ ਪੀੜਾ ਤੋਂ ਔਰ ਸੈਕਸੁਅਲ ਜਿਹੜੀ ਉਹਦੀ ਵੀਕਨੈਸ ਆ ਉਹ ਤੋਂ ਬਚਣ ਲਈ ਖਿੱਚੇ ਜਾਂਦੇ ਆ। ਆਰਜੀ ਸਕੂਨ ਮਿਲ ਜਾਂਦਾ ਹੈ, ਲੇਕਿਨ ਉਹਦੇ ਚੱਕਰ 'ਚ ਫਸ ਜਾਂਦੇ ਆ ਕਿਉਂਕਿ ਨਸ਼ੇ ਸਾਰੇ ਦੇ ਸਾਰੇ ਜਿਹੜੇ ਹੁੰਦੇ ਆ ਉਹ ਹੈਬਿਟ ਫਾਰਮਿੰਗ ਹੁੰਦੇ ਆ। ਉਹਦੇ ਅੰਦਰ ਉਹਦਾ ਜਿਹੜਾ ਨਸ਼ੇ ਦਾ ਆਦੀ ਹੋ ਜਾਂਦਾ ਬੰਦਾ। ਉਹ ਜਦੋਂ ਆਦੀ ਹੋ ਗਿਆ ਤਾਂ ਫਿਰ ਉਹ ਜਦੋਂ ਨਹੀਂ ਖਾਂਦਾ ਉਸ ਟਾਈਮ ਵੇਲੇ ਸਿਰ ਤਾਂ ਉਹਨੂੰ ਤੋੜ ਲੱਗਦੀ ਹੈ, ਬਹੁਤ ਭੈੜਾ ਲੱਗਦਾ, ਉਹਨੂੰ ਬਹੁਤ ਭੈੜਾ ਲੱਗਦਾ। ਉਹ ਬੰਦਾ ਵਾਇਲੈਂਸ ਵੀ ਕਰਦਾ, ਹਿੰਸਾ ਕਰਦਾ। ਤੁਸੀਂ ਪਾਇਆ ਹੋਊਗਾ ਕਿ ਨਸ਼ਿਆਂ ਦੇ ਆਦੀ ਜਿਹੜੇ ਨੇ ਕਤਲ ਤੱਕ ਕਰ ਦਿੰਦੇ ਆ। ਆਪਣੇ ਮਾਵਾਂ ਦੇ, ਪਿਓ ਦੇ, ਭੈਣ ਭਰਾਵਾਂ ਦੇ ਕਤਲ ਹੋ ਜਾਂਦੇ ਆ ਕਿਉਂਕਿ ਉਹਦੇ ਅੰਦਰ ਇੰਨੀ ਭੈੜੀ ਫੀਲਿੰਗ ਆ ਰਹੀ ਹੁੰਦੀ ਉਹਨੂੰ ਕਿ ਉਹਨੂੰ ਕੁਝ ਨਹੀਂ ਦਿਸਦਾ, ਉਹ ਅੰਨਾ ਹੋ ਜਾਂਦਾ। ਉਸ ਤੋਂ ਬਾਅਦ ਉਹ ਹਿੰਸਾ ਵੀ ਕਰਦਾ। ਤੇ ਲੇਕਿਨ ਨਸ਼ੇ ਜਿਹੜੇ ਅਲਟੀਮੇਟਲੀ ਸਰੀਰ ਨੂੰ ਸਾਰੇ ਨੂੰ ਨੁਕਸਾਨ ਕਰਦੇ ਆ। ਨਸ਼ੇ ਜਿਹੜੇ ਨੇ ਕੋਈ ਨਸ਼ਾ ਇਹੋ ਜਿਹਾ ਨਹੀਂ, ਸਭ ਤੋਂ ਜ਼ਿਆਦਾ ਨਸ਼ਾ ਨੁਕਸਾਨ ਕਰਦਾ ਅਲਕੋਹਲ ਦਾ। ਔਰ ਹੈਰਾਨੀ ਇਹ ਹੈ ਕਿ ਸਰਕਾਰਾਂ ਖੁਦ ਅਲਕੋਹਲ ਬਚਾਉਂਦੀਆਂ ਨੇ। ਸਭ ਤੋਂ ਜ਼ਿਆਦਾ ਸਰੀਰ ਨੂੰ ਨੁਕਸਾਨ ਕਰਨ ਵਾਲਾ ਨਸ਼ਾ ਹੈ ਸ਼ਰਾਬ। ਨੰਬਰ 2 ਤੇ ਤੰਬਾਕੂ। ਦੋਨੋਂ ਸਰਕਾਰਾਂ ਬਚਾਉਂਦੀਆਂ ਨੇ। ਤੰਬਾਕੂ ਵੀ ਸਰਕਾਰ ਬਚਾਉਂਦੀ ਹੈ ਔਰ ਅਲਕੋਹਲ ਵੀ ਸਰਕਾਰ। ਜਿੱਥੋਂ ਤੱਕ ਸਵਾਲ ਹੈਗਾ ਫੀਮ ਦਾ ਜਾਂ ਜਿਹੜਾ ਪੋਪੀ ਪਲਾਂਟ ਹੈ ਤੇ ਭੰਗ ਤੇ ਬੇਸਡ ਪਲਾਂਟ ਹੈ, ਦੋਨੋਂ ਪਲਾਂਟ ਜਿਹੜੇ ਨੇ ਪੋਪੀ ਪਲਾਂਟ ਉਸ ਦਾ ਪੌਦਾ ਤੇ ਭੰਗ ਦਾ ਪੌਦਾ ਦੋਨੋਂ ਮੈਡੀਸਨਲ ਪਲਾਂਟਸ ਨੇ, ਦਵਾ ਪੌਦੇ ਆ। ਲੇਕਿਨ ਉਹਦੀ ਦੁਰਵਰਤੋਂ ਜਿਹੜੀ ਹੈ ਉਹ ਦੁਰਵਰਤੋਂ ਕਰਕੇ ਉਹ ਬਦਨਾਮ ਹੋ ਗਏ। ਦੋਨੋਂ ਦਵਾ ਪੌਦੇ ਆ। ਜੇ ਉਹ ਸੀਮਾ 'ਚ ਲੈ ਜਾਣ, ਦਵਾ ਦੇ ਤੌਰ ਤੇ ਲੈ ਜਾਣ ਤਾਂ ਉਹ ਬਹੁਤ ਹੀ ਉੱਤਮ ਨੇ ਦੋਨੋਂ ਹੀ। ਲੇਕਿਨ ਉਹਨੂੰ ਲੋਕ ਨਸ਼ੇ ਵਾਸਤੇ ਜਦੋਂ ਵਰਤਦੇ ਆ ਤਾਂ ਉਹਨੂੰ ਗਲਤ ਢੰਗ ਨਾਲ ਵਰਤਦੇ ਆ ਤੇ ਗਲਤ ਜਿਹੜੇ ਉਹਦੇ ਸਿੱਟੇ ਨਿਕਲਦੇ ਆ। ਜਿਹੜੇ ਸਿੰਥੈਟਿਕ ਨਸ਼ੇ ਨੇ ਸਭ ਤੋਂ ਜ਼ਿਆਦਾ ਮਾਰੂ ਉਹ ਸਿੱਧ ਹੋ ਰਿਹਾ ਅੱਜ ਪੰਜਾਬ ਦੇ ਅੰਦਰ। ਨਕਲੀ ਨਸ਼ੇ ਜਿਹੜੇ ਨੇ, ਜਿਹੜੇ ਸਭ ਤੋਂ ਮਾਰੂ ਸਿੱਧ ਹੋ ਰਹੇ ਆ ਉਹ ਹੋ ਰਹੇ ਨਕਲੀ ਨਸ਼ੇ। ਇਹ ਜਿਹੜੇ ਹੁਣ ਮੌਤਾਂ ਹੋ ਰਹੀਆਂ ਬਹੁਤ ਜ਼ਿਆਦਾ, ਜਾਂ ਜਿਹੜੇ ਜਵਾਨ ਮਰ ਰਹੇ ਆ, ਇਹ ਸਿੰਥੈਟਿਕ ਨਸ਼ੇ ਨੇ। ਇਹ ਜਿਹੜੇ ਵਪਾਰੀ ਨੇ ਉਹ ਨਕਲੀ ਤੌਰ ਤੇ ਦਵਾਈਆਂ ਦੇ ਤੌਰ ਤੇ ਦਵਾਈਆਂ ਵਾਲੀਆਂ ਫੈਕਟਰੀਆਂ ਤੋਂ ਬਣਵਾ ਲੈਂਦੇ ਆ ਤੇ ਫਿਰ ਉਹਨੂੰ ਅੱਡ ਭਾਂਤ ਦੇ ਜਿਹੜੇ ਉਹਦੇ 'ਚ ਅਡਲਟ੍ਰੇਸ਼ਨ ਕਰਕੇ ਹੋਰ ਕਰਕੇ ਉਹ ਵੇਚਦੇ ਆ। ਉਹ ਮਰਨ ਤੱਕ ਜਾਂਦੇ ਆ, ਉਹਦੇ 'ਚ ਬਿਮਾਰ ਵੀ ਹੁੰਦੇ ਆ। ਤੋ ਇਸ ਕਰਕੇ ਨਸ਼ਿਆਂ ਦਾ ਵਰਤਾਰਾ ਜਿਹੜਾ ਇਹ ਬਹੁਤ ਹੀ ਖਤਰਨਾਕ ਵਰਤਾਰਾ। ਲੇਕਿਨ ਇਸ ਵਰਤਾਰੇ ਨੂੰ ਰੋਕਣ ਲਈ ਆਪਾਂ ਨੂੰ ਚੇਤਨ ਜਿਹੜਾ ਕਰਨਾ ਸਮਾਜ ਨੂੰ ਬਹੁਤ ਜ਼ਰੂਰੀ ਹੈ। ਚੇਤਨ ਤੋਂ ਬਿਨਾਂ ਜਿਹੜੀਆਂ ਕੋਸ਼ਿਸ਼ਾਂ ਤੁਸੀਂ ਦੇਖ ਲਿਆ ਹੋਣਾ ਪਿਛਲੇ ਸਮੇਂ 'ਚ, ਦੇਖੋ ਸਰਕਾਰਾਂ ਨੇ ਕਿੰਨੇ ਕਲੇਮ ਕੀਤੇ, ਕਿੰਨੇ ਵਾਅਦੇ ਕੀਤੇ, ਲੇਕਿਨ ਕੋਈ ਵਾਅਦਾ ਪੂਰਾ ਨਹੀਂ ਹੋਇਆ।
ਉਹਦੇ ਦੋ ਕਾਰਨ ਨੇ ਕਿ ਵਪਾਰੀ ਬਹੁਤ ਤਕੜੇ ਆ, ਪੈਸਾ ਬਹੁਤ ਜ਼ਿਆਦਾ ਇਹਦੇ 'ਚ, ਉਹ ਬੰਦ ਨਹੀਂ ਜੀ ਕਰਦੇ। ਔਰ ਦੂਜੀ ਗੱਲ ਹੈ ਕਿ ਜੀ ਮਨੁੱਖ ਜਿਹੜਾ ਖਿੱਚਿਆ ਜਾ ਰਿਹਾ ਉਹਦੇ ਵੱਲ। ਇਹ ਦੋਨੋਂ ਕਾਰਨ ਇਕੱਠੇ ਆਪਰੇਟ ਕਰਦੇ ਆ, ਜਿਹਨੂੰ ਕਿ ਨਸ਼ਿਆਂ ਦੀ ਲਾਈਨ ਦੀਆਂ ਦੋ ਪਟੜੀਆਂ ਨੇ ਇਹ। ਇੱਕ ਪਟੜੀ ਜੀ ਜਿਹੜੀ ਹੈ ਉਹ ਨਸ਼ਿਆਂ ਦੇ ਵਪਾਰੀ ਨੇ, ਦੂਜੀ ਪਟੜੀ ਹੈ ਕਿ ਨਸ਼ੇ ਵੱਲ ਖਿੱਚ ਕਿਉਂ ਹੈ। ਤਾਂ ਦੋਨੋਂ ਪਟੜੀਆਂ ਜਿਹੜੀਆਂ ਜੀ ਨੇ, ਜੋ ਇੱਕ ਪਟੜੀ ਅਗਰ ਤੋੜਦੀ ਹੈ ਅਸੀਂ, ਜੇ ਖਿੱਚ ਜੀ ਵੀ ਤੋੜਦੀ ਹੈ ਅਸੀਂ, ਤਾਂ ਵੀ ਉਹ ਦੂਜੇ ਵਪਾਰੀ ਕਿਹਨੂੰ ਵੇਚਣਗੇ ਫਿਰ। ਤਾਂ ਤੁਸੀਂ ਪਾਓਗੇ ਕਿ ਬਹੁਤ ਸਾਰੇ ਜਿਹੜੇ ਸਮਾਜ ਨੇ ਜਿੱਥੇ ਕਿ ਨਸ਼ੇ ਪੈਦਾ ਹੁੰਦੇ ਆ, ਉਹ ਖੁਦ ਨਸ਼ੇੜੀ ਨਹੀਂ ਹੈਗੇ, ਲੇਕਿਨ ਸਾਡੇ ਵਰਗਾ ਜਿਹੜਾ ਸੂਬਾ ਉਹ ਨਸ਼ੇੜੀ ਹੋ ਰਿਹਾ। ਉਹ ਤੀਜਾ ਇਹਦੇ 'ਚ ਜੀ ਫੈਕਟਰ ਹੈ ਕਿ ਜਿਹੜਾ ਜਿਹਨੂੰ ਮੈਂ ਬਹੁਤ ਵਾਰ ਕਿਹਾ, ਔਰ ਮੈਂ ਉਹਦੇ 'ਚ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ ਹੈ ਕਿ ਪੰਜਾਬ ਨੂੰ ਜਾਣ ਬੁੱਝ ਕੇ ਨਸ਼ੇੜੀ ਕੀਤਾ ਜਾ ਰਿਹਾ। ਉਹਦੇ ਅੰਦਰ ਪੋਲਿਟਿਕਸ ਜੀ ਹੈ ਬਹੁਤ ਤਕੜੀ, ਪੰਜਾਬ ਨੂੰ ਤਬਾਹ ਕਰਨ ਦਾ ਇੱਕ ਬਹੁਤ ਵੱਡਾ ਜਿਹੜਾ ਹੀਲਾ ਹੈ। ਔਰ ਉਹਦੇ ਸਿੱਖੀ ਜਿਹੜੀ ਹੈ ਉਹਦੇ ਨਾਲ, ਜਿਹੜੀ ਜਿਹਨੂੰ ਕਹਿੰਦੇ ਸ਼ਾਸਕਾਂ ਦੇ, ਰਾਜਿਆਂ ਦੇ ਜਿਹੜਾ ਰਿਸ਼ਤਾ ਹੈ, ਸਿੱਖੀ ਤੋਂ ਬਹੁਤ ਡਰਦੇ ਆ ਉਹ, ਕਿਉਂਕਿ ਸਿੱਖੀ ਜਿਹੜੀ ਹੈ ਉਹ ਆਜ਼ਾਦ ਹਸੀਅਤ ਰੱਖਣ ਦੀ ਸਮਰੱਥਾ ਰੱਖਦੀ ਹੈ। ਔਰ ਉਹਦੇ ਅੰਦਰ ਪਾਵਰ ਹੈ। ਉਹ ਮੁਗਲਾਂ ਤੋਂ ਲੈ ਕੇ, ਅੰਗਰੇਜ਼ਾਂ ਤੋਂ ਲੈ ਕੇ, ਐਮਰਜੈਂਸੀ ਤੋਂ ਲੈ ਕੇ ਸਾਰਾ ਸਿੱਧ ਹੋ ਗਿਆ ਕਿ ਇਹ ਜਿਹੜਾ ਦਿੱਲੀ ਨਾਲ ਸਾਡਾ ਰਿਸ਼ਤਾ ਬਣ ਜਾਂਦਾ ਇੱਕ, ਉਹ ਰਿਸ਼ਤਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਚੁਭਦਾ ਹੈ, ਤੇ ਉਹ ਫਿਰ ਸਾਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ। ਉਹ ਨੁਕਸਾਨ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਕ ਰੋਲ ਪਲੇ ਕਰ ਰਿਹਾ ਕਿ ਨੋਇੰਗਲੀ ਪੰਜਾਬ ਨੂੰ ਟਾਰਗੇਟ ਕਰਕੇ ਜਿਹੜੇ ਨਸ਼ੇ ਨੇ ਉਹ ਵੀ ਖੁੱਲੇ ਵਿਕਣ ਦਿੱਤੇ ਜਾਂਦੇ ਆ। ਠੀਕ ਹੈ ਜੀ। ਜੀ ਅਗਲਾ ਚਲੋ ਸਵਾਲ ਬਾਕੀ ਸਰ ਜਿਹੜੇ ਹਾਂਜੀ ਦੂਸਰੇ ਸਵਾਲ ਨੇ, ਵੈਸੇ ਉਹ ਮੈਨੂੰ ਲੱਗਦਾ ਤੁਸੀਂ ਹੱਲ ਉਹਨਾਂ ਦਾ ਖਾਣੇ ਨਾਲ ਕਰ ਹੀ ਦਿੱਤਾ, ਪਰ ਫਿਰ ਵੀ ਚਲੋ ਮੈਂ ਲਿਆ ਉਹਨਾਂ। ਇੱਕ ਤਾਂ ਜਿਵੇਂ ਗਠੀਆ ਤੇ ਜੋੜਾਂ ਦੇ ਦਰਦ ਲਈ ਪਾ ਦੱਸੋ ਜੀ, ਕਿਸੇ ਵੀਰ ਦਾ ਸਵਾਲ ਹੈਗਾ। ਜੀ ਤੇ ਹਾਂਜੀ ਸਰ, ਛੋਟੇ ਇਸ ਤਰ੍ਹਾਂ ਹੀ ਨਾਲ ਜਿਵੇਂ ਸਫੈਦ ਵਾਲ ਹੋਣਾ, ਗੁਰਦੇ ਦੀ ਪੱਥਰੀ ਆਦਿ, ਇਸ ਤਰ੍ਹਾਂ ਦੇ ਰੋਗਾਂ ਵਾਸਤੇ ਤਾਂ ਤੁਸੀਂ ਕੀ ਸੁਝਾਅ ਦੇ ਸਕਦੇ ਹੋ ਜਿਹੜੇ ਪੇਸ਼ੈਂਟ ਇਹਨਾਂ ਨੇ ਪੁੱਛੇ ਨੇ ਜੀ? ਦੇਖੋ, ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੇ ਕਿਤੇ ਨਾ ਕਿਤੇ ਇਹ ਉਹਨਾਂ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ ਕਿ ਜ਼ਹਿਰ ਨੇ ਸਾਡੇ ਸਰੀਰ 'ਚ। ਜੀ ਇੱਕ ਤਾਂ ਜ਼ਹਿਰ ਨੇ, ਇੱਕ ਉਹਨਾਂ ਜ਼ਹਿਰਾਂ ਕਰਕੇ ਜਦੋਂ ਸਾਡੇ ਸਰੀਰ ਦੇ ਗੁੱਡ ਕੈਮੀਕਲਸ ਨੇ ਉਹ ਜਾਂ ਤਾਂ ਬਣਦੇ ਨਹੀਂ ਜਾਂ ਉਹ ਕੰਮ ਨਹੀਂ ਕਰ ਸਕਦੇ। ਜੀ ਕਿਉਂਕਿ ਸਾਡਾ ਸਰੀਰ ਵੀ ਤਾਂ ਜੇ ਕੈਮੀਕਲ ਦੇ ਸਿਰ ਤੇ ਕੰਮ ਕਰਦਾ ਨਾ। ਸਾਡੇ ਸਰੀਰ ਦੇ ਅੰਦਰ ਬਹੁਤ ਹੀ ਸੂਖਸ਼ਮ ਕਿਸਮ ਦੇ, ਬਹੁਤ ਸੋਲ ਜੇ, ਨਾਜ਼ੁਕ ਜਿਹੇ ਕੈਮੀਕਲ ਬਣਦੇ ਆ। ਸਾਡੇ ਸਰੀਰ ਦਾ ਹਰ ਅੰਗ ਜਿਹੜਾ ਹੈ ਆਪਣੇ ਬਣਾਏ ਹੋਏ ਕੈਮੀਕਲ ਦੇ ਸਿਰ ਤੇ ਚੱਲਦਾ। ਉਹਨਾਂ ਨੂੰ ਕੰਮ ਕਰਨ ਲਈ ਜਿਹੜਾ ਵਾਤਾਵਰਨ ਚਾਹੀਦਾ ਹੁੰਦਾ ਉਹਦੇ ਅੰਦਰ, ਜੇ ਮੰਨ ਲਓ ਇੱਕ ਸਾਡੇ ਕੈਮੀਕਲ ਨੇ ਉਹ ਤਾਂ ਬਹੁਤ ਸੋਲ ਨੇ, ਲੇਕਿਨ ਜਿਹੜੇ ਅਸੀਂ ਬਾਹਰੋਂ ਕੈਮੀਕਲ ਆ ਰਹੇ ਹਵਾ, ਪਾਣੀ, ਮਿੱਟੀ 'ਚੋਂ ਬੜੇ ਗੰਦੇ ਨੇ, ਬਹੁਤ ਜ਼ਿਆਦਾ ਜ਼ਹਿਰੀਲੇ ਆ। ਉਹ ਜ਼ਹਿਰ ਜਿਹੜੇ ਜਿੱਥੇ ਡਾਇਰੈਕਟ ਸਿੱਧੇ ਸਾਨੂੰ ਮਾਰ ਕਰਦੇ ਆ ਸਾਡੇ ਅੰਗਾਂ ਦੇ ਉੱਪਰ, ਉੱਥੇ ਉਹ ਸਾਡੇ ਕੈਮੀਕਲ ਨੂੰ ਕੰਮ ਨਹੀਂ ਕਰਨ ਦਿੰਦੇ। ਹੁਣ ਜਿਵੇਂ ਹਾਰਮੋਨਸ ਨੇ, ਸਾਡੇ ਸਰੀਰ ਦੇ ਇੱਕ ਹਾਰਮੋਨ ਨਾਂ ਦੀ ਚੀਜ਼ ਹੁੰਦੀ ਹੈ, ਜਿਵੇਂ ਥਾਇਰਾਇਡ ਇੱਕ ਹਾਰਮੋਨ ਹੈ, ਸ਼ੂਗਰ ਵਾਲਾ ਜਿਹੜਾ ਇਨਸੂਲਿਨ ਹੈ ਇੱਕ ਹਾਰਮੋਨ ਹੈ, ਸਾਡਾ ਜਦੋਂ ਸਾਨੂੰ ਚੁਸਤੀ ਰੱਖਦਾ ਜਿਹੜਾ ਉਹ ਐਡਰੀਨਲ ਗਲੈਂਡ ਦਾ ਹਾਰਮੋਨ ਹੈ, ਸਟ੍ਰੈਸ ਹਾਰਮੋਨ ਕਹਿੰਦੇ ਆ ਆਪਾਂ ਨੂੰ। ਸਾਡੇ ਬ੍ਰੇਨ 'ਚ ਹਾਰਮੋਨ ਬਣਦਾ, ਤਾਂ ਥਾਂ ਤੇ ਸਾਡੇ ਉਹਨੂੰ ਹਾਰਮੋਨਸ ਕਹਿੰਦੇ ਆ। ਉਹ ਹਾਰਮੋਨ ਦੇ ਸਿਰ ਤੇ ਸਰੀਰ ਚੱਲਦਾ, ਲੇਕਿਨ ਇਹ ਜਿਹੜੇ ਕੈਮੀਕਲ ਨੇ ਉਹਨਾਂ ਹਾਰਮੋਨ ਨੂੰ ਕੰਮ ਨਹੀਂ ਕਰਨ ਦਿੰਦੇ। ਉਹਨਾਂ ਨੂੰ ਅਸੀਂ ਕਹਿੰਦੇ ਹਾਰਮੋਨਲ ਡਿਸਰਪਟਰਸ। ਬਕਾਇਦਾ ਸਟੱਡੀਜ਼ ਹੋ ਗਈਆਂ ਹੋਈਆਂ ਨੇ, ਉਹਨਾਂ ਨੂੰ ਲੇਬਲ ਕਰਤਾ ਗਿਆ ਕਿ ਆਹ ਕੈਮੀਕਲ ਜਿਹੜੇ ਨੇ ਹਾਰਮੋਨਲ ਡਿਸਰਪਟਰਸ ਨੇ। ਜਿਵੇਂ ਲੜਕੀਆਂ 'ਚ ਉਹ ਗੱਠਾਂ ਬਣ ਰਹੀਆਂ ਨੇ ਓਵਰੀ ਦੀਆਂ, ਸਾਡੇ ਜਿਹੜੇ ਰਿਪਰੋਡਕਟਿਵ ਹਾਰਮੋਨਸ ਨੇ, ਜਿਹੜੇ ਪ੍ਰਜਨਨ ਕਿਰਿਆ ਚਲਾਉਂਦੇ ਹਾਰਮੋਨ, ਉਹ ਵੀ ਡਿਸਟਰਬ ਹੋ ਰਹੇ ਆ। ਮੇਲ ਦਾ ਵੀ ਡਿਸਟਰਬ ਹੋ ਰਿਹਾ, ਮੁੰਡੇ ਕੁੜੀਆਂ ਵਰਗੇ ਹੋ ਰਹੇ ਆ ਤੇ ਕੁੜੀਆਂ ਮੁੰਡਿਆਂ ਵਰਗੀਆਂ ਹੋ ਰਹੀਆਂ ਨੇ ਜੀ। ਕੁੜੀਆਂ ਦਾ ਜਿਹੜਾ ਫੀਮੇਲ ਉਹਨਾਂ ਦਾ ਪਾਪਾ ਨੇ ਉਹ ਖਰਾਬ ਹੋ ਰਿਹਾ, ਕਿਉਂਕਿ ਉਹਨਾਂ ਕੁੜੀਆਂ ਦੇ ਮੂੰਹ ਤੇ ਵਾਲ ਆਉਣ ਲੱਗੇ ਆ, ਲੱਤਾਂ ਤੇ ਵਾਲ ਆਉਣ ਲੱਗੇ ਆ, ਬਾਹਾਂ ਤੇ ਵਾਲ ਆਉਣ ਲੱਗੇ ਆ। ਮੁੰਡੇ ਜਿਹੜੇ ਕੁੜੀਆਂ ਵਰਗੇ ਹੋ ਰਹੇ ਆ, ਮੁੰਡਿਆਂ ਤੁਸੀਂ ਦੇਖੋਗੇ ਤਾਂ ਛਾਤੀਆਂ ਜਿਹੜੀਆਂ ਨੇ ਉਹ ਕੁੜੀਆਂ ਵਰਗੀਆਂ ਨੇ। ਮੁੰਡਿਆਂ ਦਾ ਜਿਹੜਾ ਬਾਡੀ ਸਟਰਕਚਰ ਹੈ ਕੁੜੀਆਂ ਵਰਗਾ ਹੋ ਰਿਹਾ। ਇਹ ਕਿਉਂ ਹੋ ਰਿਹਾ? ਕਿਉਂਕਿ ਸਾਡੇ ਹਾਰਮੋਨ ਜਿਹੜੇ ਨੇ ਉਹ ਠੀਕ ਢੰਗ ਨਾਲ ਕੰਮ ਨਹੀਂ ਕਰ ਪਾ ਰਹੇ, ਡਿਸਟਰਬ ਹੋ ਰਹੇ ਆ, ਕਿਉਂਕਿ ਸਾਡੇ ਸਰੀਰ 'ਚ ਕੈਮੀਕਲ ਬਹੁਤ ਗੰਦੇ ਆ। ਔਰ ਜ਼ਹਿਰ ਉਹੀ ਨੇ ਜਿਹਨਾਂ ਦੀ ਆਪਾਂ ਗੱਲ ਕੀਤੀ ਸੀਗੀ। ਇਹ ਸਾਡੇ ਸਰੀਰ ਦੇ ਜਿਹੜੇ ਅੰਦਰ ਗੁੱਡ ਕੈਮੀਕਲਸ ਨੇ ਉਹ ਉਹਨਾਂ ਨੂੰ ਕੰਮ ਨਹੀਂ ਕਰਦੇ। ਜਿਹੜੇ ਹਵਾ 'ਚ ਜ਼ਹਿਰ ਨੇ, ਜਿਹੜੇ ਪਾਣੀ 'ਚ ਜ਼ਹਿਰ ਨੇ, ਤੇ ਜਿਹੜੇ ਫੂਡ 'ਚ ਜ਼ਹਿਰ ਨੇ, ਜਾਂ ਸਾਡੇ ਸਰੀਰ ਦੇ ਅੰਦਰ ਜ਼ਹਿਰ ਬਣਦੇ ਆ। ਉਹ ਜੇ ਦੋ ਆਪਾਂ ਮੁੱਖ ਲਏ ਸੀਗੇ, ਗਲੂਕੋਸ ਐਕਸੈਸਿਵ ਇਨਸੂਲਿਨ ਬਣਦੇ ਪਿੱਛੇ, ਤੇ ਪਿੱਛੇ ਨਾਲ ਜਿਹੜੇ ਸਾਡੇ ਸਟ੍ਰੈਸ ਹਾਰਮੋਨ ਜਿਹਨੂੰ ਆਪਾਂ ਨੈਗੇਟਿਵ ਇਮੋਸ਼ਨਸ ਕਹਿੰਦੇ ਆ। ਇਹ ਸਾਰੇ ਜ਼ਹਿਰ ਰਲ ਕੇ ਪੂਰੇ ਦਾ ਪੂਰਾ ਸਿਸਟਮ ਡਿਸਟਰਬ ਕਰਦੇ ਆ। ਜਿੱਥੋਂ ਤੱਕ ਸਵਾਲ ਗਠੀਏ ਦਾ, ਗਠੀਏ ਦੇ ਅੰਦਰ ਇਸ ਡਾਈਟ ਦੇ ਨਾਲ ਕੁਝ ਹੋਮ ਰੈਮਡੀਜ਼ ਅੱਛੀਆਂ ਨੇ, ਪਲੱਸ ਇਹਦੇ ਨਾਲ ਫਿਜ਼ੀਓਥੈਰੇਪੀ ਦੀ ਜ਼ਰੂਰ ਮਦਦ ਲੈਣੀ ਹੈ। ਜਿਹੜੇ ਜੋੜਾਂ ਤੇ ਪੱਠਿਆਂ ਦੀ ਜਾਂ ਪਿੱਠ ਦੀ ਜਾਂ ਸਰਵਾਈਕਲ ਦੀ ਪ੍ਰੋਬਲਮ ਜਿਨ੍ਹਾਂ ਨੂੰ ਵੀ ਹੈਗੀ ਹੈ, ਉਹ ਕਿਸੇ ਨਾ ਕਿਸੇ ਸ਼ਕਲ 'ਚ ਜਾਂ ਤਾਂ ਯੋਗਾ ਸਿੱਖਣ, ਯੋਗਾ ਕਲਾਸ ਅਟੈਂਡ ਕਰ ਲੈਣ ਜੇ ਨੇੜੇ ਹੈਗੀ ਆ, ਨਹੀਂ ਫਿਜ਼ੀਓਥੈਰੇਪੀ ਸਿੱਖ ਲੈਣ। ਤਾਂ ਉਹ ਆਪਣੇ ਪੱਠੇ, ਕਿਉਂਕਿ ਜਿੰਨੀਆਂ ਪੱਠਿਆਂ ਤੇ ਜੋੜਾਂ ਦੀਆਂ ਸਮੱਸਿਆਵਾਂ ਨੇ ਉਹਦੇ ਅੰਦਰ ਪੱਠਿਆਂ ਦੀ ਕਮਜ਼ੋਰੀ ਵੀ ਇੱਕ ਰੋਲ ਪਲੇ ਕਰਦੀ ਹੈ। ਜਦੋਂ ਅਸੀਂ ਸਖਤ ਕੰਮ ਨਹੀਂ ਕਰਦੇ ਜਾਂ ਸਖਤ ਵਰਜਿਸ਼ ਨਹੀਂ ਕਰਦੇ ਤਾਂ ਪੱਠੇ ਸਾਡੇ ਕਮਜ਼ੋਰ ਹੁੰਦੇ ਆ। ਜਦੋਂ ਹੀ ਪੱਠੇ ਕਮਜ਼ੋਰ ਹੋਣਗੇ, ਹੱਡੀਆਂ ਵੀ ਕਮਜ਼ੋਰ ਹੋਣਗੀਆਂ, ਜੋੜ ਵੀ ਕਮਜ਼ੋਰ ਹੋਣਗੇ।
ਤਾਂ ਪੱਠਿਆਂ ਨੂੰ ਬਿਲਕੁਲ ਐਨ ਵਧੀਆ ਰੱਖਣਾ, ਪਾਵਰਫੁਲ ਰੱਖਣਾ, ਤਾਕਤਵਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਤਾਕਤਵਰ ਰਹਿੰਦੇ ਆ ਜਾਂ ਤਾਂ ਕੰਮ ਕਰਕੇ, ਜਾਂ ਵਰਜਿਸ਼ ਕਰਕੇ, ਜਾਂ ਯੋਗਾ ਕਰਕੇ, ਜਾਂ ਫਿਜ਼ੀਓਥੈਰੇਪੀ ਕਰਕੇ। ਤੋ ਇਹਨਾਂ ਚੋਂ ਕਿਸੇ ਨਾ ਕਿਸੇ ਦੀ ਮਦਦ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਔਰ ਇੱਥੇ ਮੈਂ ਜਿਹੜੇ ਗਠੀਏ ਵਾਲਿਆਂ ਨੂੰ ਖਾਸ ਤੌਰ ਤੇ ਅਲਰਟ ਕਰਨਾ ਚਾਹਾਂਗਾ, 2 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨਹੀਂ ਖਾਣੀਆਂ, ਜਾਂ ਉਦੋਂ ਹੀ ਖਾਣੀਆਂ ਜਦੋਂ ਬਹੁਤ ਸਿਰ ਤੋਂ ਪਾਣੀ ਲੱਗ ਜਾਵੇ। ਪੇਨ ਕਿਲਰ ਕੋਈ ਵੀ ਨਹੀਂ ਖਾਣਾ। ਲਗਭਗ ਪੇਨ ਕਿਲਰ ਸਾਰੇ ਹੀ ਬਹੁਤ ਇੱਕ ਵਾਹੀਆਤ ਕਿਸਮ ਦੀਆਂ ਦਵਾਈਆਂ ਨੇ ਜਿਹੜੀਆਂ ਸਾਨੂੰ ਸਰੀਰ ਨੂੰ ਖਰਾਬ ਕਰਦੀਆਂ ਨੇ। ਤੇ ਦੂਜੇ ਸਟੀਰੋਇਡਸ, ਇਹ 2 ਦਵਾਈਆਂ ਜਿਹੜੀਆਂ ਮੈਡੀਕਲ ਪ੍ਰੋਫੈਸ਼ਨ ਦਿੰਦਾ ਹੈ ਗਠੀਏ ਦੇ ਮਰੀਜ਼ਾਂ ਨੂੰ, ਪੇਨ ਕਿਲਰ ਤੇ ਸਟੀਰੋਇਡ, ਦੋਨੋਂ ਜਿਹੜੇ ਨੇ ਉਹਨੂੰ ਲੰਬੇ ਸਮੇਂ 'ਚ ਬਹੁਤ ਜ਼ਿਆਦਾ ਖਰਾਬ ਕਰਦੇ ਆ। ਤੋ ਉਹ ਪੇਨ ਦਾ ਰਿਲੀਫ ਲੈਣ ਲਈ ਫਿਰ ਆਪਾਂ ਖਾਸ ਕੀ ਕਰ ਸਕਦੇ ਹਾਂ, ਸੇਕਾ ਦੇ ਸਕਦੇ ਹਾਂ। ਸੇਕਾ ਵੀ ਅੱਜ ਕੱਲ੍ਹ 2 ਤਰ੍ਹਾਂ ਦਾ ਆ ਗਿਆ, ਗਰਮ ਸੇਕਾ ਤੇ ਬਰਫ਼ ਦਾ ਸੇਕਾ ਕਹਿਣ ਲੱਗ ਗਏ ਉਹਨੂੰ। ਵੀ ਠੰਡੇ ਨਾਲ ਵੀ ਕਰ ਸਕਦੇ ਅਸੀਂ। ਠੰਡਾ ਅੱਜ ਕੱਲ੍ਹ ਇਹ ਹੋ ਗਿਆ ਕਿ ਠੰਡਾ ਜੇ ਬਰਫ਼ ਦਾ ਸਿੱਕਾ ਦੇਈਏ, ਬਰਫ਼ ਦੀ ਟਕੋਰ ਕਰੀਏ ਤਾਂ ਜ਼ਿਆਦਾ ਇਫੈਕਟਿਵ ਹੈ। ਉਹ ਕਰਕੇ ਦੇਖ ਲਓ, ਜੇ ਗਰਮ ਅੱਛੀ ਲੱਗਦੀ ਹੈ, ਜ਼ਿਆਦਾ ਰਿਲੀਫ ਦਿੰਦੀ, ਗਰਮ ਨਾਲ ਕਰ ਲਓ। ਨਹੀਂ ਜੇ ਬਰਫ਼ ਵਾਲਾ ਕਰਦੀ, ਬਰਫ਼ ਵਾਲਾ ਆਲਟਰਨੇਟ ਵੀ ਕਰਦੇ ਆ। ਨੈਚੁਰੋਪੈਥੀ 'ਚ ਆਲਟਰਨੇਟ ਕਰੀਦਾ, ਇੱਕ ਵਾਰੀ ਬਰਫ਼ ਦਾ ਕਰ ਲਿਆ, ਉਹਦੇ ਮਗਰੇ ਗਰਮ ਕਰ ਲਿਆ। ਉਹ ਨੈਚੁਰੋਪੈਥੀ 'ਚ ਦੋਨੋਂ ਵੀ ਵਰਤੇ ਜਾਂਦੇ ਆ। ਇਸ ਕਰਕੇ ਜਿਹੜੇ ਉਹ ਤਰੀਕੇ ਨੇ ਪੇਨ ਕਿਲਰ ਕਰ ਲੈਣਾ, ਤਾਂ ਅੱਛਾ ਲੋਕਲ ਕਰੀਮ ਮਲ ਸਕਦੇ ਹਾਂ ਆਪਾਂ, ਕੋਈ ਨਾ ਕੋਈ ਦੇਸੀ ਕਰੀਮਾਂ ਆ ਗਈਆਂ ਅੱਜ ਕੱਲ੍ਹ, ਬਹੁਤ ਸਾਰੇ ਤੇਲ ਆ ਗਏ ਮਾਰਕੀਟ 'ਚ ਹੈਗੇ ਆ, ਉਹ ਤੇਲ ਮਲ ਸਕਦੇ ਹਾਂ। ਉਹਨਾਂ ਦੀ ਮਦਦ ਲੈ ਸਕਦੇ ਹਾਂ ਆਪਾਂ ਪੇਨ ਰਿਲੀਵ ਲੈਣ ਲਈ। ਕੁਝ ਦੇਸੀ ਦਵਾਈਆਂ ਬਹੁਤ ਅੱਛੀਆਂ ਹੈਗੀਆਂ ਨੇ, ਦੇਸੀ ਦਵਾਈਆਂ ਬਹੁਤ ਅੱਛੀਆਂ, ਤੁਸੀਂ ਤਾਂ ਜਾਣਦੇ ਹੋ ਦੇਸੀ ਦਵਾਈਆਂ ਬਹੁਤ ਅੱਛੀਆਂ ਨੇ, ਉਹ ਵੀ ਅੱਛੇ ਪੇਨ ਕਿਲਰ ਨੇ। ਉਹ ਵੀ ਲੈ ਸਕਦੇ ਹਾਂ ਆਪਾਂ, ਦੇਸੀ ਲੈ ਸਕਦੇ ਹਾਂ। ਅੰਗਰੇਜ਼ੀ ਨਾ ਲਓ, ਜਾਂ ਅਖੀਰ ਲਓ, ਤੇ ਬਹੁਤ ਥੋੜੇ ਸਮੇਂ ਲਈ ਲਓ, ਤਾਂ ਘੱਟ ਤੋਂ ਘੱਟ ਲਓ। ਜੀ। ਸੋ ਮੇਰੇ ਖਿਆਲ ਨਾਲ ਆਪਣਾ ਸਮਾਂ ਵੀ ਲਗਭਗ ਪੂਰਾ ਹੋਣ ਨੂੰ ਜਾ ਰਿਹਾ ਜੀ, ਤੇ ਤਕਰੀਬਨ ਸਾਰੇ ਗੱਲ ਹੋ ਵੀ ਗਈ, ਹੱਲ ਹੋ ਗਈ। ਆਪ ਸਭ ਦਾ ਸਾਰਿਆਂ ਦਾ ਜਿੰਨੇ ਸਵਾਲ ਸੀ ਆਏ, ਉਸ ਸਵਾਲ ਵੀ ਲੈ ਲਏ। ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ। ਬਹੁਤ ਕੁਝ ਅੱਜ ਦੱਸਿਆ, ਤੇ ਹੁਣ ਅਸੀਂ ਇਜਾਜ਼ਤ ਲਵਾਂਗੇ। ਕੱਲ ਫਿਰ ਦੁਬਾਰਾ ਮਿਲਾਂਗੇ ਇਸੇ ਤਰ੍ਹਾਂ ਇੱਕ ਨਵੇਂ ਮੁੱਦੇ ਦੇ ਨਾਲ। ਵਿਸ਼ੇ ਦੀ ਸੁਝਾਅ ਹੈ ਤਾਂ ਸੁਝਾਅ ਦੇ ਦਿਓ। ਮੈਂ ਨਸ਼ਿਆਂ ਦੇ ਉੱਪਰ, ਨਸ਼ਾ ਤੇ ਮੈਂਟਲ ਹੈਲਥ, ਨਸ਼ੇ ਤੇ ਮੈਂਟਲ ਹੈਲਥ ਦੇ ਉੱਪਰ 2 ਸੈਸ਼ਨ ਕਰ ਸਕਦੇ ਆਪਾਂ ਲਗਾਤਾਰ। ਇਹ ਵੱਖੋ ਵੱਖਰੇ ਸੈਸ਼ਨ ਹੀ ਕਰਾਂਗੇ ਜੀ। ਇਹਨੂੰ ਚੂਜ਼ ਕਰ ਲਾਂਗੇ ਡਾਕਟਰ ਸਾਹਿਬ, ਆਪਾਂ ਆਪ ਡਿਸਕਸ ਕਰਕੇ ਕਰ ਲਾਂਗੇ ਕਿ ਕਿਹੜਾ ਵਿਸ਼ਾ ਕੱਲ ਲਿਆ ਜਾਵੇ। ਤੇ ਕੱਲ ਉਦੋਂ ਤੱਕ ਕੱਲ ਆਪਾਂ ਫਿਰ ਦੁਬਾਰਾ ਇਸੇ ਤਰ੍ਹਾਂ ਇਕੱਠੇ ਹੋਵਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹੁਣ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਠੀਕ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।